ਸਤਿਗੁਰ ਨਿਸਤਾਰਾ। ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ, ਸਤਿਗੁਰ ਨਿਸਤਾਰਾ। ਭੂਲੇ ਮਾਰ ਜਿਹਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰ ਜਿਹਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਰਾਮ ਨਾਮ ਚਿਤਾਰੇ। ਬਸ ਰਹੇ ਹਿਰਦੇ ਗੁਰ ਚਰਨ ਪਿਆਰੇ, ਚਰਨ ਪਿਆਰੇ। ਪੂਰੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਪਾਇਆ। ਹੇ ਗੁਰੂ ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਮ ਨਿਦਿਆ ਬਤਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਮ ਨਿਦਿਆ ਬਤਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਪੜ ਵੱਡਿਓ ਵੱਡਾ ਭਾਰ ਤੇਰਾ ਮਰਤਬਾ, ਰੰਗ ਰੰਗ ਨੇਕ ਨਕ ਨਕਬਾ। ਜੀਆਂ ਤੇ ਜੀ ਸੁਖ ਜਾਣਿਆ, ਸਭ ਤੇਰੇ ਬਸ ਤੇਰਾ ਕਪਲਾ। ਤੇਰੇ ਕਰ ਆਨੰਦ ਵਧਾਈ ਤੋ ਜਕਾਰ, ਮਨ ਮਾਤਾ ਤੇ ਆਪਣਾ ਆਪ ਜਲ। ਸਰਕਲਾ ਭਰਪੂਰ ਦੀ ਸੇਰਤ ਕਥਾ, ਨਾਨਕ ਦਾ ਸੰਦਾਸ ਸਦੇ ਆਗ ਬਿਨ ਬਤਾ, ਬਿਨ ਬਤਾ, ਬਿਨ ਬਤਾ। ਪੌੜੀ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੇ ਜਾਣ ਲਾ, सब किस तेरे वस, तेरा कर भला तेरे। घर आनंद वधाए तुद घर, मान माता तेज अपना आप जर। सर्ब कला भरपूर, दिसे जत कता, नानक दासन दा तुद आगे बिनवता। श्लोक। पवन गुरु पानी पिता, माता तरत महत। दिवस रात दे दाए दाया, खेलै सगल जगत। चंगियां बुरियां वाचे धर्म अदूर। करमी आपो अपनी, के नेड़े के दूर। जिनी नाम ते आया, गई मशक्कत काल। नानक ते मुखे उजले,
ਕਿਤੇ ਛੁਟੇ ਨਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਸਮਰੋ ਅੰਗਦ ਗੁਰ ਅਮਰਦਾਸ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਪਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦਾ ਕਰ ਅਨੁਰਾਗ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਓੰਕਾਰ ਆਇਸ ਮੁਝੈ, ਸੋ ਤੁਮ ਕਹੋ ਸੁਨਾਏ। ਬੁੱਧ ਸਭਿਨ ਵਿਪਰੀਤ ਕਰ, ਦੇਹੋ ਕੁਕਰਮ ਚਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰਦੇਵ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕਿ ਦੀਨ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਇੱਕੋ ਇੱਕ ਐਸੇ ਮਹਾਨ ਗ੍ਰੰਥ ਜੋ ਸਾਰੇ ਜਗਤ ਦੇ ਗੁਰਦੇਵ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਨੌਵੇਂ ਪਾਤਸ਼ਾਹ ਮਿਹਰਬਾਨ ਸਤਿਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਹਾਜ਼ਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਆਪ ਜੀ ਆਪਣੇ ਜੀਵਨ ਦਾ ਕੁਝ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਗਰੀਬ ਨਵਾਜ ਪਹਿਲੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤ ਕਥਾ ਆਪ ਜੀ ਸੁਣ ਰਹੇ ਹੋ। ਕਲਯੁਗ ਨਾਲ ਸਤਿਗੁਰਾਂ ਦੀ ਵਾਰਤਾ ਹੋ ਰਹੀ ਹੈ। ਕਲਯੁਗ ਸਤਿਗੁਰਾਂ ਨੂੰ ਪਰਖਣ ਆਇਆ, ਪਰ ਸਤਿਗੁਰਾਂ ਦਾ ਸੇਵਕ ਹੋ ਗਿਆ। ਕਹਿੰਦਾ ਜੀ ਮੇਰੇ ਕੋਲੋਂ ਕੋਈ ਭੇਟਾ ਸਵੀਕਾਰ ਕਰੋ, ਮੈਂ ਕੁਝ ਮੋਤੀਆਂ ਦੇ ਮੰਦਰ ਮਹਿਲ ਉਸਾਰ ਕੇ ਤੁਹਾਨੂੰ ਅਰਪ ਦਿਆਂ। ਤੋ ਪਾਤਸ਼ਾਹ ਨੇ ਸ਼ਬਦ ਉਚਾਰਿਆ, ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਕਿਤੇ ਨਾ ਮੋਤੀਆਂ ਦੇ ਮੰਦਰਾਂ ਤੇ ਮਹਿਲਾਂ ਨੂੰ ਵੇਖ ਕੇ ਐਸਾ ਨਾ ਹੋਵੇ ਕਿ ਇਹ ਅਕਾਲ ਪੁਰਖ ਮੈਨੂੰ ਤੇਰਾ ਨਾਮ ਵਿਸਰ ਜਾਏ ਤੇ ਮੇਰੇ ਹਿਰਦੇ 'ਚ ਤੇਰਾ ਨਾਮ ਚੇਤੇ ਨਾ ਆਵੇ। ਮੇਰੇ ਤੇ ਤਰਸ ਕਰਿਓ ਕਿ ਮੈਨੂੰ ਕਦੇ ਵੀ ਤੁਹਾਡਾ ਨਾਮ ਨਾ ਭੁੱਲੇ। ਇਸ ਸ਼ਬਦ ਦੇ 4 ਬੰਦ ਨੇ ਉਹ ਕੱਲ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ। ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜੜਾਓ। ਫਿਰ ਸਿੱਧ ਹੋਏ ਸਿੱਧ ਲਾਈ ਰਿੱਧ ਆਖਾਂ ਆਓ। ਸੁਲਤਾ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਓ। ਕਿ ਜੇ ਮੈਂ ਸੁਲਤਾਨ ਹੋ ਜਾਵਾਂ, ਬਾਦਸ਼ਾਹ ਬਣ ਜਾਵਾਂ, ਤਖਤਾਂ ਤੇ ਪੈਰ ਧਰਾਂ, ਹੁਕਮ ਹਾਸਲ ਕਰਕੇ ਲੋਕਦਿਆਂ 'ਚ ਮੇਰਾ ਭੈ ਹੋਵੇ, ਇੰਨਾ ਕੁਝ ਹੋਵੇ ਤੇ ਹੇ ਵਾਹਿਗੁਰੂ ਫਿਰ ਵੀ ਮੈਨੂੰ ਤੂੰ ਨਾ ਵਿਸਰੇ। ਤੇਰਾ ਨਾਮ ਕਿਤੇ ਐਸਾ ਨਾ ਹੋਵੇ ਕਿ ਮੇਰੇ ਚਿੱਤ 'ਚੋਂ ਭੁੱਲ ਜਾਏ।
ਗਰੀਬ ਨਵਾਜ ਪਾਤਸ਼ਾਹ ਨੇ ਜਦੋਂ ਇਹ ਬਚਨ ਉਚਾਰੇ ਤੇ ਕਲਯੁਗ ਨਮਸਕਾਰ ਕਰਦਾ ਹੈ, ਦੱਸ ਰਿਹਾ ਕਿ ਮੈਨੂੰ ਕੀ ਆਗਿਆ ਹੈ ਅਕਾਲ ਪੁਰਖ ਦੀ, ਕਿਉਂਕਿ ਉਹਦੇ ਹੁਕਮ 'ਚ ਹੀ ਸਭ ਕੁਝ ਵਰਤ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਹ ਕਲਯੁਗ ਵੀ ਪਰਮੇਸ਼ਰ ਦੇ ਹੁਕਮ 'ਚ ਵਰਤਦਾ, ਇਹਦਾ ਸਮਾਂ ਹੈ, ਇਹਦਾ ਵਰਤਾਰਾ ਵਰਤ ਰਿਹਾ ਹੈ। ਅਸਲ ਵਿੱਚ ਅਸੀਂ ਆਪਣੇ ਜੀਵਨ ਦੇ ਸਮੇਂ ਦੇ ਪੜਾਅ ਜਦੋਂ ਪਿਛਲੇ ਸਮਿਆਂ ਵਿੱਚ ਵੇਖਦੇ ਹਾਂ, ਅੱਜ ਦੇ ਸਮੇਂ ਨਾਲ ਪਿਛਲੇ ਸਮੇਂ ਨੂੰ ਜਦੋਂ ਅਸੀਂ ਤੁਲਨਾ ਕਰਕੇ ਵੇਖਦੇ ਹਾਂ ਤੇ ਇਉਂ ਪ੍ਰਤੀਤ ਹੁੰਦਾ ਵੀ ਅੱਜ ਤੋਂ 20 25 30 ਸਾਲ ਪਹਿਲਾਂ ਸਾਡਾ ਵੇਲਾ ਕੁਝ ਭਲਾ ਵੇਲਾ ਸੀ। ਅਸੀਂ ਕਹਿੰਦੇ ਉਦੋਂ ਸਤਯੁਗ ਸੀ, ਹੁਣ ਕਲਯੁਗ ਹੈ। ਜਦੋਂ ਕਿਸੇ 80 85 ਸਾਲ ਦੇ ਬਜ਼ੁਰਗ ਕੋਲ ਬੈਠੀਏ ਤਾਂ ਉਹ ਕਹਿੰਦਾ ਸਾਡੇ ਵੇਲੇ ਸਮਾਂ ਭਲੇ ਸੀ, ਚੰਗਾ ਸਮਾਂ ਸੀ, ਲੋਕ ਬੜੇ ਚੰਗੇ ਸੀ, ਹੁਣ ਕਲਯੁਗ ਆਇਆ। ਯਾਨੀ ਕਿ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ, ਤਿਵੇਂ ਤਿਵੇਂ ਵਰਤਾਰਾ ਹੋਰ ਭਿਆਨਕ ਹੋ ਰਿਹਾ ਹੈ। ਤੇ ਗੁਰੂ ਬਾਬਾ ਜੀ ਦੇ ਸਮੇਂ ਕਲਯੁਗ ਦਾ ਕੀ ਵਰਤਾਰਾ ਸੀ ਉਹ ਵੀ ਹੈ। ਤੋ ਜਦੋਂ ਲੋਕ ਦੁਰਾਚਾਰੀ ਹੋ ਜਾਂਦੇ ਨੇ, ਜਦੋਂ ਲੋਕ ਆਚਰਣ ਤੋਂ ਡਿੱਗ ਪੈਂਦੇ ਨੇ, ਜਦੋਂ ਲੋਕ ਕੇਵਲ ਵਪਾਰੀ ਹੋ ਜਾਂਦੇ ਨੇ, ਜਦੋਂ ਲੋਕ ਧਰਮ ਦਾ ਵਿਖਾਵਾ ਕਰਨ ਲੱਗ ਪੈਂਦੇ ਨੇ, ਜਦੋਂ ਲੋਕ ਧਰਮ ਨੂੰ ਵੀ ਵਪਾਰ ਬਣਾ ਲੈਂਦੇ ਨੇ, ਰੱਬ ਦੇ ਨਾਂ ਤੇ ਵਪਾਰ ਕਰਨ ਲੱਗ ਪੈਂਦੇ ਨੇ, ਤੋ ਸਮਝ ਲੈਣਾ ਚਾਹੀਦਾ ਵੀ ਹੁਣ ਇਹ ਕਲਯੁਗ ਦਾ ਸਮਾਂ ਹੈ। ਪਰ ਜਿਹੜਾ ਗੁਰਮੁਖ ਹੈ, ਨਾਮ ਅਭਿਆਸੀ ਹੈ, ਉਹਦੇ ਲਈ ਪਹਿਲਾਂ ਵੀ ਸਤਯੁਗ ਸੀ, ਉਹਦੇ ਲਈ ਹੁਣ ਵੀ ਸਤਯੁਗ ਹੈ, ਉਹਦੇ ਲਈ ਆਉਣ ਵਾਲੇ ਸਮੇਂ ਵਿੱਚ ਵੀ ਸਤਯੁਗ ਹੀ ਰਹਿਣਾ, ਕਿਉਂਕਿ ਉਹਨੂੰ ਇਹ ਮਾੜੀਆਂ ਬਿਰਤੀਆਂ ਫੁਰਦੀਆਂ ਹੀ ਨਹੀਂ। ਜਿਹਨੂੰ ਮਾੜੀਆਂ ਬਿਰਤੀਆਂ ਫੁਰਦੀਆਂ ਨੇ, ਕਲਯੁਗ ਉਹਦੇ ਵਾਸਤੇ ਹੈ। ਜਿਹਦੇ ਅੰਦਰ ਨੇਕ ਨੀਅਤ ਹੈ, ਜਿਹਦੀ ਬਿਰਤੀ ਭਲੀ ਹੈ, ਜਿਹਦੇ ਅੰਦਰ ਸੰਸਕਾਰ ਚੰਗੇ ਨੇ, ਜਿਹਦੇ ਅੰਦਰ ਪਰਮੇਸ਼ਰ ਦੇ ਭਜਨ ਦੀ ਰੌਂ ਚੱਲਦੀ ਹੈ, ਜਿਹਦੇ ਅੰਦਰ ਨਿਰੰਕਾਰ ਦਾ ਚਿੰਤਨ ਚੱਲਦਾ, ਉਹ ਤਾਂ ਇਸ ਸਮੇਂ ਵਿੱਚ ਵੀ ਸਤਯੁਗ ਵਿੱਚ ਹੀ ਜੀਵਦਾ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਕਲਯੁਗ ਰੂਪ ਬਣਾ ਕੇ ਆਇਆ ਸਤਿਗੁਰਾਂ ਨਾਲ, ਵੈਸੇ ਦਾ ਰੂਪ ਨਹੀਂ। ਪਰ ਜਦੋਂ ਗੱਲਬਾਤ ਕਰਨੀ ਹੈ, ਮਹਾਰਾਜ ਜੀ ਨਾਲ ਬਚਨ ਕਰਨੇ ਨੇ, ਫਿਰ ਇਹ ਰੂਪਮਾਨ ਹੋ ਕੇ ਆਇਆ। ਤੋ ਪਾਤਸ਼ਾਹ ਨਾਲ ਜਿਵੇਂ ਵਾਰਤਾ ਹੋ ਰਹੀ ਹੈ, ਸਰਵਣ ਕਰਨ ਤੋਂ ਪਹਿਲਾਂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੋ, ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕੰਕਾਰ ਆਇਸ ਮੁਝੈ, ਸੋ ਤੁਮ ਕਹੋ ਸੁਨਾਏ। ਕਲਯੁਗ ਕਹਿੰਦਾ ਮੈਨੂੰ ਏਕੰਕਾਰ ਦੀ ਆਗਿਆ। ਏਕੰਕਾਰ ਨੇ ਜੋ ਮੈਨੂੰ ਆਗਿਆ ਦਿੱਤੀ ਹੈ, ਹੇ ਗੁਰੂ ਨਾਨਕ ਸਾਹਿਬ, ਉਹ ਮੈਂ ਤੁਹਾਨੂੰ ਦੱਸਦਾ ਹਾਂ, ਤੁਹਾਨੂੰ ਸੁਣਾਉਂਦਾ ਹਾਂ। ਬੁੱਧ ਸਭਿਨ ਵਿਪਰੀਤ ਕਰ, ਦੇਹੋ ਕੁਕਰਮ ਚਲਾਏ। ਏਕੰਕਾਰ ਦਾ ਮੈਨੂੰ ਹੁਕਮ ਹੈ ਕਿ ਜੀਵਾਂ ਦੀ ਬੁੱਧੀ ਵਿਪਰੀਤ ਕਰ ਦੇ, ਉਲਟ ਕਰ ਦੇ। ਕਲਯੁਗ ਵਿੱਚ ਜੀਵਾਂ ਦੀ ਬਿਰਤੀ ਉਲਟ ਜਾਂਦੀ ਹੈ। आवत को जाता कहे, जाते को आया, पर की को अपनों कहे, अपनों नहीं पाया। मीठे को कौड़ा कहे, कड़ुए को मीठा। राते की निंदा करे, ऐसा कल में डीठा। कलयुग विच बिरती उल्ट हो जाती है। कहता मैनू हुक्म ही यह है परमेश्वर का
ਕਿ ਮੇਰੇ ਸਮੇਂ ਵਿੱਚ ਮੈਂ ਜੀਵਾਂ ਦੀ ਜਿਹੜੀ ਮੱਤ ਹੈ, ਬੁੱਧੀ ਹੈ, ਉਹ ਵਿਪਰੀਤ ਕਰਨੀ ਹੈ, ਉਲਟ ਕਰਨੀ, ਸਿੱਧਾ ਨਹੀਂ ਚੱਲਣ ਦੇਣਾ। ਤਦੇ ਤੇ ਮਹਾਰਾਜ ਜੀ ਗੁਰਬਾਣੀ ਵਿੱਚ ਵੀ ਕਹਿੰਦੇ ਹੋ, ਚਲਤ ਕਤ ਟੇਢੇ ਟੇਢੇ ਟੇਢੇ, ਕਿੱਥੇ ਟੇਢਾ ਟੇਢਾ ਜਿਹਾ ਹੋ ਕੇ ਟੁਰਦਾ, ਸਿੱਧਾ ਹੋ ਕੇ ਚੱਲ। ਕਲਯੁਗ ਟੇਢਾ ਕਰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਧਾ ਟੋਰਦੇ, ਸੁਧੇ ਸੁਧੇ ਰੇਗ ਚਲੋ। ਕਲਯੁਗ ਦਾ ਕਰਮ ਹੈ ਮਨੁੱਖ ਦੀ ਬਿਰਤੀ ਨੂੰ, ਬੁੱਧੀ ਨੂੰ ਵਿਪਰੀਤ ਕਰਨਾ, ਉਲਟ ਕਰਨਾ। ਕਿਸੇ ਦੂਜੇ ਦੀ ਵਸਤੂ ਹੋਵੇ, ਨਾਲ ਕੋਈ ਪੁੱਛ ਲੇ ਵੀ ਇਹ ਕਿਹਦੀ ਜ਼ਮੀਨ ਹੈ, ਜਾਂ ਕਹਿ ਦੇ ਵੀ ਇਹ ਕਿਹਦੀ ਜਗ੍ਹਾ ਹੈ, ਝੱਟ ਕੋਲੋਂ ਬੋਲਦਾ, ਕਹਿੰਦਾ ਆਪਣੀ ਆ। ਉਹ ਭਾਵੇਂ ਬੰਨੇ ਦੇ ਉੱਤੇ ਪੈਰ ਨਾ ਰੱਖਣ ਦਿੰਦਾ ਹੋਵੇ, ਆਪਣੀ ਹੈ। ਪਰਾਈ ਵਸਤੂ ਨੂੰ ਆਪਣਾ ਕਹਿਣ ਦਾ ਰਿਵਾਜ ਹੈ ਕਲਯੁਗ 'ਚ, ਤੇ ਜਿਹੜੀ ਆਪਣੀ ਆ ਉਹ ਇਹਨੂੰ ਉਦਾਂ ਨਹੀਂ ਚੰਗੀ ਲੱਗਦੀ, ਆਪਣੋਂ ਨਹੀਂ ਪਾਇਆ। ਦੂਜੇ ਦੀ ਥਾਲੀ 'ਚ ਪਿਆ ਲੱਡੂ ਭਾਵੇਂ ਛੋਟਾ ਹੋਵੇ ਤਾਂ ਵੀ ਵੱਡਾ ਦਿਸਦਾ, ਆਪਣੀ ਥਾਲੀ 'ਚ ਭਾਵੇਂ ਸੋਨੇ ਦੇ ਪਕਵਾਨ ਪਏ ਹੁਣ ਉਹ ਨਹੀਂ ਪਾਉਂਦੇ। ਇਹ ਹੈ ਕਲਯੁਗ। ਰੰਗਿਆਂ ਹੋਇਆਂ ਦੀ ਨਿੰਦਿਆ ਹੁੰਦੀ ਆ ਕਲਯੁਗ ਵਿੱਚ। ਜਿਹੜੇ ਭਜਨ ਕਰਨ ਵਾਲੇ ਨੇ, ਬਾਣੀ ਪੜ੍ਹਨ ਵਾਲੇ ਨੇ, ਉਹਨਾਂ ਦੀ ਨਿੰਦਾ ਹੁੰਦੀ ਕਲਯੁਗ। ਮਿੱਠੇ ਨੂੰ ਕੌੜਾ ਕਹਿੰਦੇ ਆ ਤੇ ਕੌੜੇ ਨੂੰ ਮਿੱਠਾ ਕਹਿੰਦੇ ਆ। ਇਹ ਆ ਕਲੀ ਕਾਲ। ਕਲਯੁਗ ਕਹਿੰਦਾ ਮੈਂ ਮਨੁੱਖਾਂ ਦੀ ਬੁੱਧੀ ਨੂੰ ਉਲਟਾ ਦਿੰਦਾ, ਇਹ ਮੈਨੂੰ ਹੁਕਮ ਹੈ। ਦੂਸਰਾ ਬਚਨ ਕੀ ਕਹਿੰਦੇ ਆ, ਦੁਬਾਰਾ ਪੜੋ ਜੀ। ਬੁੱਧ ਸਭੇ ਵਿਪਰੀਤ ਕਰ, ਦੇਹੋ ਕੁਕਰਮ ਚਲਾਏ। ਕਹਿੰਦਾ ਜੀ ਏਕ ਓੰਕਾਰ ਦਾ ਹੁਕਮ ਹੈ ਕਿ ਇੱਕ ਤਾਂ ਮਨੁੱਖਾਂ ਦੀ ਬੁੱਧੀ ਉਲਟ ਕਰ ਦੇ, ਦੂਜਾ ਉਹਨਾਂ ਨੂੰ ਕੁਕਰਮਾਂ ਚ ਲਾ ਦੇ। ਜਿਹੜੇ ਮਾੜੇ ਭੈੜੇ ਖੋਟੇ ਕਰਮ ਨੇ, ਉਹਨਾਂ ਕੁਕਰਮਾਂ ਦੇ ਵਿੱਚ ਜੀਵਾਂ ਨੂੰ, ਮਨੁੱਖਾਂ ਨੂੰ ਲਾ ਦੇ। ਚੌਪਈ ਚੋਰੀ ਯਾਰੀ ਨਿੰਦਾ ਕੂਰੂ। ਕੁਕਰਮ ਕਿਹੜੇ ਨੇ ਜਿਨ੍ਹਾਂ ਵਿੱਚ ਮੈਂ ਲਾਉਣਾ ਜੀਵਾਂ ਨੂੰ? ਕਲਯੁਗ ਆਪ ਦੱਸਦਾ। ਪਹਿਲਾ ਹੈ ਚੋਰੀ, ਚੋਰੀ ਵਿੱਚ ਲਾਉਣਾ। ਖਾਲਸਾ ਜੀ ਚੋਰੀ ਕੇਵਲ ਇਹੀ ਨਹੀਂ ਹੁੰਦੀ ਕਿਸੇ ਦੀ ਪਰਾਈ ਵਸਤੂ ਵੇਖਣੀ ਤੇ ਚੁੱਕ ਲੈਣੀ, ਉਹ ਤਾਂ ਤਨ ਦੀ ਚੋਰੀ, ਇੱਕ ਦੂਸਰੀ ਮਨ ਦੀ ਚੋਰੀ ਹੈ। ਤਨ ਦੀ ਚੋਰੀ ਤੋਂ ਤਾਂ ਬਹੁਤ ਬਚੇ ਹੁੰਦੇ ਐ, ਪਰ ਜਿਹੜੀ ਮਨ ਕਰਕੇ ਕਿਸੇ ਦੀ ਵਸਤੂ ਚੁਰਾ ਲੈਣੀ, ਇਹਦੇ ਤੋਂ ਤਾਂ 99% ਲੋਕ ਜਿਹੜੇ ਨੇ ਇਹਦੇ ਸ਼ਿਕਾਰ ਨੇ, 1% ਬਚੇ ਹੋਣਗੇ। ਕਿਸੇ ਦੀ ਚੰਗੀ ਸ਼ੈ ਵੇਖਣੀ ਤੇ ਮਨ 'ਚ ਸੋਚਣਾ ਕਾਸ਼ ਮੇਰੀ ਹੋਵੇ, ਇਹ ਮਨ ਦੀ ਚੋਰੀ ਹੈ। ਹੁਣ ਇਹ ਮਨ ਦੀ ਚੋਰੀ ਤਾਂ ਕਈਆਂ ਦੇ ਦਿਲਾਂ 'ਚ ਚੱਲਦੀ। ਕਲਯੁਗ ਕਹਿੰਦਾ ਪਹਿਲਾਂ ਮੈਂ ਚੋਰੀ ਚਲਾਉਣਾ ਬੰਦਿਆਂ ਨੂੰ, ਦੂਜੀ ਆ ਯਾਰੀ। ਯਾਰੀ ਦਾ ਮਤਲਬ ਹੁੰਦਾ ਵੀ ਮਾੜੇ ਭਾੜੇ ਭੈੜੇ ਪਾਸੇ ਆਪਣਾ ਚਿੱਤ ਲਾਉਣਾ। ਮਲਨ ਇਸਤਰੀਆਂ ਵਿੱਚ ਜਾਂ ਇਸਤਰੀਆਂ ਵੱਲੋਂ ਮਲਨ ਪੁਰਸ਼ਾਂ ਦੇ ਨਾਲ ਜਿਹੜੇ ਸੰਬੰਧ ਜੋੜਨ ਦੀ ਬਿਰਤੀ, ਇਹਨੂੰ ਯਾਰੀ ਕਹਿੰਦੇ ਆ। ਚੋਰੀ, ਯਾਰੀ, ਫਿਰ ਇਹਦੇ ਤੋਂ ਇਲਾਵਾ ਫਿਰ ਅੱਗੇ ਦੱਸਦੇ ਐ ਨਿੰਦਾ, ਨਿੰਦਾ ਕਰਨੀ, ਤੇ ਕੂਰੰਗ, ਝੂਠ ਬੋਲਣ ਵਿੱਚ ਲਾਉਣਾ। ਬਦੋ ਬਦੀ ਬੰਦਾ ਝੂਠ ਬੋਲਦਾ, ਜਿਹੜੇ ਹਾਲਾਂਕਿ ਲੋੜ ਨਾ ਹੋਵੇ ਤਾਂ ਵੀ ਝੂਠ, ਜ਼ਰੂਰਤ ਨਾ ਹੋਵੇ ਤਾਂ ਵੀ ਝੂਠ। ਕਲਯੁਗ ਕਿਸ ਨੂੰ ਕਹਿੰਦੇ ਆ ਤੇ ਸਤਯੁਗ ਕਿਸ ਨੂੰ ਕਹਿੰਦੇ, ਜਿਹਦਾ ਫਰਕ ਸਮਝਣਾ। ਇਹਦਾ ਫਰਕ ਏਦਾਂ ਮਹਾਂਪੁਰਸ਼ ਦੱਸਦੇ ਆ ਵੀ ਸਤਯੁਗ ਉਹ ਹੈ ਕਿ ਜਦੋਂ ਬਹੁਤਾ ਸੱਚ ਬੋਲਿਆ ਜਾਂਦਾ ਹੈ ਤੇ ਕੂੜ ਕਿਤੇ ਕਿਤੇ ਲੇਸ਼ ਮਾਤਰ ਹੀ ਸੀ, ਉਦੋਂ ਸੀ ਸਤਯੁਗ। ਕਲਯੁਗ ਕੀ ਹੈ? ਜਦੋਂ ਬਹੁਤਾ ਝੂਠ ਹੀ ਬੋਲਿਆ ਜਾਂਦਾ ਹੈ ਤੇ ਜਿਹੜਾ ਸੱਚ ਹੈ ਉਹ ਕਿਤੇ ਕਿਤੇ ਲੇਸ਼ ਮਾਤਰ ਹੀ ਰਹਿ ਜੋ, ਉਹਨੂੰ ਕਲਯੁਗ ਕਹਿੰਦੇ ਆ। ਇਹ ਫਰਕ ਹੈ ਸਤਯੁਗ ਤੇ ਕਲਯੁਗ ਦਾ। ਕਹਿੰਦਾ ਮੈਂ ਝੂਠ ਬੋਲਣ ਵਿੱਚ ਲਾਉਣਾ ਜੀਵਾਂ ਨੂੰ, ਕੂਰੰਗ, ਝੂਠ ਬੋਲਣ ਵਿੱਚ, ਬਿਨਾਂ ਗੱਲ ਤੋਂ ਹੀ ਝੂਠ ਬੋਲਣਾ, ਜਿਹਦੇ ਬੋਲਣ ਪਿੱਛੇ ਭਾਵੇਂ ਕੋਈ ਆਪਣਾ ਵੀ ਲਾਭ ਨਹੀਂ, ਨਾ ਕਿਸੇ ਦੂਜੇ ਦਾ ਕੋਈ ਲਾਭ ਹੈ, ਉਦਾਂ ਹੀ ਝੂਠ ਬੋਲੀ ਜਾਣਾ। ਉਦਾਂ ਆਪਣੇ ਮੂੰਹੋਂ ਹੀ ਆਪਣੇ
ਮੀਆਂ ਮਿੱਠੂ ਬਣਨ ਵਾਸਤੇ ਝੂਠੀਆਂ ਗੱਲਾਂ ਬਣਾ ਕੇ ਝੂਠੀਆਂ ਬਾਤਾਂ ਬਣਾ ਕੇ ਸੁਣਾਈ ਜਾਣੀਆਂ। ਆ ਮੋਬਾਈਲ ਨੇ ਕਿੰਨੇ ਝੂਠ ਬੋਲਣ ਲਾ ਦਿੱਤੇ ਐ, ਬਿਨਾਂ ਗੱਲ ਤੋਂ ਹੀ ਝੂਠ ਬੋਲੀ ਜਾਂਦੇ ਐ। ਮੈਂ ਫਲਾਣੀ ਥਾਂ ਤੇ ਹਾਂ, ਮੈਂ ਅਮਕੀ ਥਾਂ ਤੇ ਹਾਂ, ਬਸ ਆ ਗਿਆ ਜੀ, ਨੇੜੇ ਹਾਂ। ਕਿੰਨੇ ਝੂਠ ਜਿਹੜੇ ਨੂੰ ਇਹਦੇ ਨਾਲ ਹੀ ਬੰਦੇ ਬੋਲੀ ਜਾਂਦੇ ਐ। ਇੱਕ ਗੱਲ ਚੇਤੇ ਰੱਖਿਓ, ਰਸਨਾ ਤੋਂ ਜੋ ਜੋ ਬੋਲਦੇ ਆ ਉਹ ਹਿਰਦੇ ਵਿੱਚ ਉਤਰਦਾ। ਜਿਹੜਾ ਜਿਹੜਾ ਅਸੀਂ ਰਸਨਾ ਤੋਂ ਬੋਲਦੇ ਆ ਨਾ ਉਹ ਅੰਦਰ ਜਾਂਦਾ। ਇਹ ਜ਼ੁਬਾਨ ਨਾਲ ਕੱਲੀ ਰੋਟੀ ਨਹੀਂ ਜਾਂਦੀ ਅੰਦਰ, ਇਹਦੇ ਨਾਲ ਬੋਲੇ ਬੋਲਾਂ ਦੇ ਅਸਰ ਵੀ ਅੰਦਰ ਜਾਂਦੇ ਆ। ਇਸ ਰਸਨਾ ਨਾਲ ਜਪਜੀ ਸਾਹਿਬ ਦਾ ਪਾਠ ਕਰੋਗੇ ਤਾਂ ਉਹ ਸੱਤ ਅੰਦਰ ਜਾਏਗਾ। ਤੇ ਜਿਸ ਜ਼ੁਬਾਨ ਦੇ ਨਾਲ ਨਿੰਦਾ ਕਰਨੀ ਆ, ਚੁਗਲੀ ਕਰਨੀ ਆ, ਝੂਠ ਬੋਲਣਾ, ਤੇ ਫਿਰ ਉਹੀ ਕੁਝ ਅੰਦਰ ਜਾਣਾ। ਜਿਸ ਜ਼ੁਬਾਨ ਨਾਲ ਵਾਹਿਗੁਰੂ 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 ਕਰਾਂਗੇ ਤਾਂ ਉਹਦਾ ਅਸਰ ਹਿਰਦੇ ਨੇ ਕਬੂਲਣਾ। ਇਹ ਬੜੇ ਭਾਵ ਪੂਰਵਕ ਢੰਗ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਪਾਤਸ਼ਾਹ ਕਹਿੰਦੇ ਕੀ ਕਰਨਾ ਇਸ ਰਸਨਾ ਨਾਲ? ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿ ਸਮਨ ਉਪਜਿਓ, ਸਗਲੇ ਦੁਖ ਪਲਾਇਣ। ਰਸਨਾ ਜਪਤੀ ਤੂੰ ਹੀ। ਇਹ ਰਸਨਾ ਤੂੰ ਆਂਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਵੀ ਖਾਲਸਾ ਜੀ ਬੜੇ ਮਾਇਨੇ ਰੱਖਦੀ ਹੈ। ਇਸ ਰਸਨਾ ਦੇ ਨਾਲ ਜਦੋਂ ਝੂਠ ਬੋਲਾਂਗੇ, ਇਸ ਰਸਨਾ ਨਾਲ ਜਦੋਂ ਨਿੰਦਾ ਕਰਾਂਗੇ, ਚੁਗਲੀ ਕਰਾਂਗੇ, ਤੇ ਫਿਰ ਉਹੀ ਕੁਝ ਅੰਦਰ ਜਾਣਾ। ਸੰਸਕਾਰ ਉਦਾਂ ਦੇ ਹੀ ਬਣਨੇ ਅੰਦਰ। ਕਲਯੁਗ ਕਹਿੰਦਾ ਮੈਂ ਲਾਉਣਾ ਬੰਦਿਆਂ ਨੂੰ, ਝੂਠ ਬੋਲਣ ਵਿੱਚ ਲਾਉਣਾ, ਨਿੰਦਿਆ ਕਰਨ ਵਿੱਚ ਲਾਉਣਾ, ਚੋਰੀ ਕਰਨ ਵਿੱਚ ਲਾਉਣਾ। ਇਹੋ ਜਿਹੇ ਜਿਹੜੇ ਕਰਮ ਨੇ ਉਹਨਾਂ ਵਿੱਚ ਜੀਵਾਂ ਨੂੰ ਲਾਉਂਦਾ ਹਾਂ। ਲੰਪਟ ਲੋਭੀ ਤ੍ਰਿਸ਼ਨਾ ਪੂਰੰ, ਕਹਿੰਦਾ ਮੇਰੇ ਸਮੇਂ ਵਿੱਚ ਮੈਂ ਜੀਵਾਂ ਨੂੰ ਲੰਪਟ ਬਣਾ ਦਿੰਨਾ। ਇੰਨੀ ਜ਼ਿਆਦਾ ਲੰਪਟ ਬਿਰਤੀ ਮਨੁੱਖਾਂ ਵਿੱਚ ਪੈਦਾ ਕਰ ਦਿੰਨਾ ਵੀ ਉਹ ਛੱਡਦੇ ਹੀ ਨਹੀਂ ਉਸ ਵਸਤੂ ਨੂੰ। ਲੰਪਟ, ਲੋਭੀ, ਲਾਲਚੀ ਬਣਾ ਦਿੰਨਾ ਮੈਂ ਜੀਵਾਂ ਦੇ ਹਿਰਦਿਆਂ 'ਚ ਲਾਲਚ ਪੈਦਾ ਕਰਦਾ ਹਾਂ। ਤ੍ਰਿਸ਼ਨਾ ਪੂਰੰ, ਬਹੁਤ ਜ਼ਿਆਦਾ ਤ੍ਰਿਸ਼ਨਾ ਮਨੁੱਖ ਦੇ ਹਿਰਦੇ 'ਚ ਪੈਦਾ ਕਰ ਦਿੰਨਾ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜੀਵਾਂ ਨੂੰ ਸਾੜਦਾ। ਤ੍ਰਿਸ਼ਨਾ ਇਤਨੀ ਪ੍ਰਬਲ ਹੈ ਅੱਜ ਦੇ ਸਮੇਂ 'ਚ, ਇਹ ਸ਼ਾਂਤ ਨਹੀਂ ਹੁੰਦੀ। ਇਹਦੀ ਅਗਨ ਪ੍ਰਚੰਡ ਹੀ ਹੁੰਦੀ ਚਲੀ ਜਾਂਦੀ ਹੈ, ਪ੍ਰਬਲ ਹੀ ਹੁੰਦੀ ਚਲੀ ਜਾਂਦੀ ਹੈ। ਇਹ ਇਹੋ ਜੀ ਅੱਗ ਹੈ, ਇਹਦੇ 'ਚ ਜਿੰਨਾ ਬਾਲਣ ਪਾਓ ਹੋਰ ਪ੍ਰਚੰਡ ਹੁੰਦੀ, ਜਿੰਨੇ ਪਦਾਰਥ ਆ ਜਾਣ ਹੋਰ ਵੱਧਦੀ ਚਲੀ ਜਾਂਦੀ। ਸਹਿਸ ਖੱਟੇ ਲੱਖ ਕੋਟ ਧਾਵੇ ਤੋਂ ਬਾਅਦ ਵੀ ਇਹ ਸ਼ਾਂਤ ਨਹੀਂ ਹੁੰਦੀ। ਫਿਰ ਉਸ ਤੋਂ ਅੱਗੇ, ਫਿਰ ਉਸ ਤੋਂ ਅੱਗੇ, ਪਰੇ ਪਰੇ ਤੋਂ ਹੀ ਹੋਰ ਪਰੇ ਚਲੀ ਜਾਂਦੀ। ਮਹਾਂਪੁਰਸ਼ ਕਹਿੰਦੇ ਤ੍ਰਿਸ਼ਨਾ ਦਾ ਢਿੱਡ ਆਕਾਸ਼ ਨਾਲੋਂ ਉੱਚਾ ਹੈ। ਆਕਾਸ਼ ਨੂੰ ਤੁਸੀਂ ਭਰ ਸਕਦੇ ਹੋ ਪਰ ਇਸ ਤ੍ਰਿਸ਼ਨਾ ਨੂੰ ਨਹੀਂ ਭਰ ਸਕਦੇ। ਜਿੰਨਾ ਜੋੜਾਂਗੇ ਹੋਰ ਵੱਧਦੀ ਚਲੀ ਜਾਣੀ। ਕਲਯੁਗ ਕਹਿੰਦਾ ਮੈਂ ਜੀਵਾਂ ਨੂੰ ਤ੍ਰਿਸ਼ਨਾ ਚ ਲਾਉਣਾ। ਮੇਰੇ ਸਮੇਂ ਵਿੱਚ ਜੀਵਾਂ ਦੇ ਹਿਰਦਿਆਂ 'ਚ ਬਹੁਤੀ ਤ੍ਰਿਸ਼ਨਾ, ਤ੍ਰਿਸ਼ਨਾ ਪੂਰਨ। ਪੁਰਾਣੇ ਸਮਿਆਂ 'ਚ ਬਜ਼ੁਰਗ ਕਹਿੰਦੇ ਜੀ ਅਸੀਂ ਸਬਰ ਸੰਤੋਖ 'ਚ ਸਮਾਂ ਕੱਟਿਆ। ਕਹਿੰਦੇ ਇੱਕ ਇੱਕ ਕੱਪੜਾ ਹੁੰਦਾ ਸੀ ਸਾਡੇ ਪਾਸ। ਕਈ ਵਾਰੀ ਪਰਿਵਾਰ ਦੇ 4 ਮੈਂਬਰਾਂ ਦੇ ਪਾਸ ਇੱਕ ਇੱਕ ਜੁੱਤੀ ਹੁੰਦੀ, ਉਹੀ ਵਾਰੋ ਵਾਰੀ ਪਾ ਲੈਂਦੇ। ਪਰ ਜੇ ਉਹ ਆਖਣ ਸਾਡਾ ਸਮਾਂ ਸਬਰ ਸੰਤੋਖ ਵਾਲਾ ਸੀ, ਅੱਜ ਦੇ ਸਮੇਂ ਦੇ ਲੋਕ ਜਿਹੜੇ ਨੇ ਤ੍ਰਿਸ਼ਨਾਲੂ ਹੋ ਗਏ ਨੇ, ਤਾਂ ਮੇਰੀ ਮਾਨਿਅਤਾ ਇਦਾਂ ਦੀ ਹੈ ਵੀ ਉਦੋਂ ਹੈ ਹੀ ਇੱਕ ਸੀ। ਜੇ ਤੁਹਾਡੇ ਕੋਲੋਂ 4 ਹੁੰਦੀਆਂ ਜਾਂ 8 ਹੁੰਦੀਆਂ ਤੁਸੀਂ ਕਿਹੜਾ ਖੈਰ ਗੁਜ਼ਾਰਨੀ ਸੀ। ਹੁਣ ਵੱਧ ਹੋ ਗਏ ਨੇ ਤੇ ਉਸ ਤਰੀਕੇ ਨਾਲ ਚੱਲ ਪਏ ਨੇ। ਸਬਰ ਸੰਤੋਖ ਦਾ ਭਜਨ ਵਿੱਚ ਹੀ ਆਉਂਦਾ, ਚਾਹੇ ਉਹ ਪਿਛਲਾ ਸਮਾਂ ਸੀ, ਚਾਹੇ ਹੁਣ ਦਾ, ਚਾਹੇ ਆਉਣ ਵਾਲੇ ਸਮੇਂ ਦਾ ਹੋਵੇਗਾ। ਤ੍ਰਿਸ਼ਨਾ ਜਿਹੜੀ ਹੈ ਇਹ ਜੀਵਾਂ ਦੇ ਹਿਰਦਿਆਂ ਵਿੱਚ ਕਹਿੰਦਾ ਮੈਂ ਪੂਰੰਗ ਦਾ ਮਤਲਬ ਹੁੰਦਾ ਵੀ ਬਹੁਤ ਜ਼ਿਆਦਾ ਤ੍ਰਿਸ਼ਨਾ ਲਾ ਦਿੰਦਾ ਹਾਂ। ਬਾਟ ਪਾਰ ਸੋ ਸੂਰ ਕਹਾਵਹਿ, ਕਹਿੰਦਾ ਮੇਰੇ ਸਮੇਂ ਵਿੱਚ ਬੜੇ ਬੜੇ ਸੂਰਮੇ ਨੇ ਆ ਜਿਹੜੇ ਦੱਸੇ ਨੇ ਉੱਤੇ। ਚੋਰੀ, ਯਾਰੀ, ਨਿੰਦਾ, ਝੂਠ, ਤ੍ਰਿਸ਼ਨਾ, ਲੋਭ, ਲੰਪਟ ਬਿਰਤੀ। ਬਾਟ ਪਾਰ ਦਾ ਮਤਲਬ ਹੁੰਦਾ ਵੀ ਰਾਹ ਮਾਰੀ ਕਰਨੀ, ਰਸਤੇ 'ਚ ਖਲੋਤਿਆਂ ਨੂੰ ਲੁੱਟ ਲੈਣਾ। ਇਹ ਜਿਹੜੇ ਇਹ ਮੇਰੇ ਸੂਰਮੇ ਨੇ ਮਹਾਰਾਜ ਜੀ, ਸਤਿਗੁਰਾਂ ਨੂੰ ਦੱਸਦਾ ਕਲਯੁਗ।
ਇਹ ਮੇਰੇ ਸੂਰਮੇ ਹਨ। ਪਿਸ਼ਨ ਬੜੇ ਆਦਰ ਕੋ ਪਾਵਹਿ। ਕਹਿੰਦਾ ਮੇਰੇ ਸਮੇਂ ਵਿੱਚ ਗੁਰੂ ਸਾਹਿਬ ਜੀ ਮੈਂ ਪਤਾ ਕਿਹਨਾਂ ਨੂੰ ਆਦਰ ਦਿਵਾਉਣਾ, ਜਿਹੜੇ ਚੁਗਲਖੋਰ ਹੁੰਦੇ ਹੈ। ਪਿਸ਼ਨ ਕਹਿੰਦੇ ਨੇ ਚੁਗਲਖੋਰ ਨੂੰ। ਕਹਿੰਦਾ ਮੇਰੇ ਸਮੇਂ 'ਚ ਜਿਹੜੇ ਚੁਗਲੀ ਕਰਦੇ ਨੇ ਉਹਨਾਂ ਦਾ ਆਦਰ, ਕਲਯੁਗ 'ਚ ਚੁਗਲਖੋਰਾਂ ਦਾ ਬੜਾ ਆਦਰ ਹੁੰਦਾ। ਵੇਖ ਕੇ ਨਾ ਕੋਈ ਚੁਗਲਖੋਰ ਕੋਈ ਆ ਜਾਏ, ਉਹਨੂੰ ਵੇਖ ਕੇ ਜਿਹਨੇ ਚੁਗਲੀ ਸੁਣਨੀ ਹੁੰਦੀ ਹੈ ਪਹਿਲਾਂ ਕਹਿੰਦਾ ਉਹ ਛੇਤੀ ਕੁਰਸੀ ਵਿਛਾਓ, ਜਨਾਬ ਜੀ ਆਏ ਆ, ਜਨਾਬ ਜੀ। ਪਤਾ ਵੀ ਇਹਨੇ ਹੁਣ ਕੋਈ ਚੁਗਲੀ ਸੁਣਾਉਣੀ, ਕੋਲ ਬਿਠਾ ਕੇ ਲਿਆਓ ਛੇਤੀ ਠੰਡਾ ਲਿਆਓ, ਕੀ ਛਕੋਗੇ ਮਹਾਰਾਜ। ਹਾਲੇ ਇੰਨੇ ਨੂੰ ਠੰਡਾ ਤੱਤਾ ਆਉਣਾ ਹੁੰਦਾ, ਪਹਿਲਾਂ ਹੀ ਉਹਦੇ ਕੋਲੋਂ ਚੁਗਲੀ ਸੁਣਾ। ਦੱਸ, ਹਾਂ ਹੁਣ ਦੱਸ ਕੀ ਕਹਿੰਦਾ ਸੀ ਤੂੰ। ਫੋਨਾਂ ਤੇ ਨਹੀਂ ਗੱਲਾਂ ਹੁੰਦੀਆਂ, ਮੈਂ ਤਾਂ ਤੈਨੂੰ ਸੱਦਿਆ। ਚੁਗਲਖੋਰ ਦੀ ਜਿਹੜੀ ਇੱਜ਼ਤ ਹੈ ਨਾ, ਉਹ ਕਲਯੁਗ 'ਚ ਕਹਿੰਦਾ ਮੈਂ ਚੁਗਲਖੋਰਾਂ ਦਾ ਬੜਾ ਸਤਿਕਾਰ ਕਰਾਉਣਾ। ਮੇਰੇ ਸਮੇਂ 'ਚ ਚੁਗਲਖੋਰਾਂ, ਜਿਹੜਾ ਕੋਈ ਸੱਚ ਕਹੇ ਉਹਨੂੰ ਤਾਂ ਕਹਿੰਦਾ ਮੈਂ ਛਿੱਤਰ ਪਵਾਉਣਾ, ਜਿਹੜਾ ਚੁਗਲੀ ਕਰੇ ਕਹਿੰਦਾ ਮੈਂ ਉਹਦਾ ਆਦਰ ਕਰਨਾ, ਕਿਉਂਕਿ ਮੈਂ ਉਲਟਾ ਕੰਮ ਕੀਤਾ ਹੋਇਆ ਸਮੇਂ 'ਚ। ਕਲਯੁਗ 'ਚ ਚੁਗਲਖੋਰਾਂ ਦਾ ਆਦਰ ਹੈ, ਸਤਿਕਾਰ ਹੈ। ਹਾਂਜੀ। ਬਹੁ ਬੋਲਤ ਸੇ ਗੁਣੀ ਕਹਾਵਹਿ। ਕਹਿੰਦਾ ਮੇਰੇ ਸਮੇਂ 'ਚ ਮੈਂ ਗੁਣੀ, ਪਤਾ ਕਿਹਨੂੰ ਕਹਾਉਣਾ ਵੀ ਗੁਣੀ ਬੰਦਾ ਜੀ ਇਹ। ਕਹਿੰਦੇ ਜਿਹੜਾ ਜ਼ਿਆਦਾ ਬੋਲੇ, ਕਹਿੰਦਾ ਮੈਂ ਉਹਨਾਂ ਨੂੰ ਸੰਸਾਰ ਵਿੱਚ ਗੁਣੀ ਕਹਾਉਣਾ। ਕਲਯੁਗ ਕਹਿੰਦਾ ਮੇਰੇ ਸਮੇਂ ਜਿਹੜਾ ਬਹੁਤਾ ਬੋਲੇ ਉਹ ਗੁਣੀ, ਜਿਹੜਾ ਬਹੁਤਾ ਬੋਲੇ ਮੈਂ ਇਦਾਂ ਕਹਿ ਸਕਦਾ ਵੀ ਜਿਹੜਾ ਮੇਰੇ ਵਾਂਗੂ ਬਹੁਤਾ ਬੋਲੇ ਕਲਯੁਗ ਵਿੱਚ ਉਹਨੂੰ ਕਹਿੰਦੇ ਗਿਆਨੀ। ਗੁਰੂ ਖਾਲਸਾ ਜੀ ਬੋਲਣ ਨਾਲ ਗੁਣ ਦਾ ਕੋਈ ਕਿਸੇ ਪ੍ਰਕਾਰ ਦਾ ਸੰਬੰਧ ਨਹੀਂ। ਬੋਲਦੇ ਤਾਂ ਬਹੁਤ ਸਾਰੇ ਜੀਵ ਜੰਤੂ ਪਏ ਐ, ਕਾਂ ਵੀ ਬੋਲਦਾ, ਕੋਇਲਾਂ ਵੀ ਬੋਲਦੀਆਂ ਨੇ, ਬੜੇ ਬੜੇ ਜੀਵ ਜੰਤੂ ਬੋਲਦੇ ਐ। ਬੋਲਣ ਨਾਲ ਗੁਣ ਦਾ ਤਾਂ ਕੋਈ ਸੰਬੰਧ ਨਹੀਂ ਨਾ, ਗੁਣ ਤਾਂ ਗੁਣ ਹੈ ਉਹ ਆਪਣੇ ਆਪ ਅੰਦਰੋਂ। ਕਹਿੰਦਾ ਕਲਯੁਗ ਕਹਿੰਦਾ ਮੇਰੇ ਸਮੇਂ ਵਿੱਚ ਜਿਹੜੇ ਬਹੁਤਾ ਬੋਲਦੇ ਨੇ, ਕਹਿੰਦਾ ਮੈਂ ਉਹਨਾਂ ਨੂੰ ਸੰਸਾਰ 'ਚ ਗੁਣੀ ਕਹਾਉਣਾ ਵੀ ਇਹ ਗੁਣੀ ਹੈ। ਐਸਾ ਜ਼ਰੂਰੀ ਨਹੀਂ ਹੁੰਦਾ। ਸਾਡੇ ਸਮਾਜ ਵਿੱਚ ਜਿਹੜਾ ਬਹੁਤਾ ਬੋਲੇ ਅਸੀਂ ਉਹਨੂੰ ਗੁਣੀ ਕਹਿੰਦੇ ਆ, ਪਰ ਸਾਡੇ ਸਮਾਜ ਵਿੱਚ ਜਿਹੜਾ ਬਿਲਕੁਲ ਹੀ ਨਾ ਬੋਲੇ, ਬਿਲਕੁਲ ਘੱਟ ਬੋਲੇ, ਸੂਖਮ ਬੋਲੇ, ਉਹਦਾ ਵੀ ਸਾਡੇ ਸਮਾਜ ਦੇ ਵਿੱਚ ਸਤਿਕਾਰ ਹੁੰਦਾ ਹੈ, ਕਿਉਂਕਿ ਉਹ ਜੋ ਕਰਮ ਕਰਦਾ ਉਹਦੇ ਕੀਤੇ ਕਰਮ ਸਮਾਜ ਵਿੱਚ ਬੋਲਦੇ ਹੈ। ਉਹਦਾ ਹੁਨਰ ਬੋਲਦਾ, ਉਹਨੂੰ ਬੋਲ ਕੇ ਨਹੀਂ ਦੱਸਣਾ ਪੈਂਦਾ। ਪਰ ਕਲੀ ਕਾਲ ਹੈ, ਉਹ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਬਹੁਤਾ ਬੋਲਣ ਵਾਲਿਆਂ ਨੂੰ ਗੁਣੀ ਕਹਾਉਂਦਾ ਹਾਂ। ਸਾਚ ਕਹੈ ਤਿਸ ਸੱਠ ਠਹਿਰਾਵਹਿ। ਜਿਹੜਾ ਸੱਚ ਬੋਲਦਾ, ਸੱਚ ਕਹਿੰਦਾ, ਉਹਨੂੰ ਮੇਰੇ ਸਮੇਂ 'ਚ ਮੂਰਖ ਕਿਹਾ ਜਾਂਦਾ। ਇਹ ਤਾਂ ਮੂਰਖ ਹੈ, ਇਹਨੂੰ ਕੀ ਪਤਾ। ਜਿਹੜਾ ਸੱਚ ਬੋਲੇ, ਸੱਚ ਕਹਿਣ ਵਾਲੇ ਨੂੰ ਮੇਰੇ ਸਮੇਂ ਵਿੱਚ ਕਲਯੁਗ ਕਹਿੰਦਾ ਮੈਂ ਮੂਰਖ ਗਣਾਉਣਾ ਵੀ ਇਹ ਮੂਰਖ ਹੈ, ਇਹ ਕਿਹਾ ਜਾਂਦਾ ਹੈ। ਗੁਨੀਅਨ ਕੇਰ ਨਿਰਾਦਰ ਹੋ। ਫਿਰ ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਜਿਹੜੇ ਗੁਣੀ ਨੇ ਨਾ, ਗੁਣੀ, ਉਹਨਾਂ ਗੁਣੀਆਂ ਦਾ ਨਿਰਾਦਰ ਕਰਾਉਣਾ। ਮੇਰੇ ਸਮੇਂ 'ਚ ਗੁਣੀਆਂ ਦਾ, ਗੁਣਵਾਨਾਂ ਦਾ ਨਿਰਾਦਰ ਹੁੰਦਾ ਹੈ। ਜਿਹੜੇ ਔਗਣੇ ਆ ਰਹੇ ਨੇ ਉਹਨਾਂ ਦੀ ਪੂਜਾ ਹੁੰਦੀ ਹੈ। ਕਲਯੁਗ ਦੇ ਵਿੱਚ ਖਾਲਸਾ ਜੀ ਗੁਣੀਆਂ ਦੀ ਕਦਰ ਨਹੀਂ, ਗੁਣਵਾਨਾਂ ਦੀ ਕਦਰ ਨਹੀਂ। ਜਿਨ੍ਹਾਂ ਦੇ ਅੱਲੇ ਪੱਲੇ ਕੋਈ ਗੁਣ ਨਹੀਂ ਉਹਨਾਂ ਦੀ ਪੂਜਾ। ਇਹ ਕਲਯੁਗ ਦਾ ਸਮਾਂ, ਇਹਨੂੰ ਹੀ ਕਲਯੁਗ ਕਹਿੰਦੇ ਆ। ਹੋਰ ਇਹ ਤਾਂ ਨਹੀਂ ਵੀ ਹੈ ਕਿ ਕੋਈ ਕੁਝ ਬਦਲ ਗਿਆ ਜਾਂ ਚੰਦਰਮਾ ਸੂਰਜ ਤਾਰੇ ਬਦਲ ਗਏ ਨੇ, ਇਹੀ ਕਲਯੁਗ ਹੈ। ਕਲਯੁਗ ਦਾ ਆਪ ਦੱਸ ਰਿਹਾ ਹੈ, ਕਹਿੰਦਾ ਮੈਂ ਗੁਣੀਆਂ ਦਾ ਅਨਾਦਰ ਕਰਾਉਣਾ ਕਲਯੁਗ ਵਿੱਚ। ਹਾਂਜੀ। ਭੂਪ ਨਿਕਟ ਬੈਠੇ ਸੱਠ ਜੋ। ਕਹਿੰਦਾ ਮੇਰੇ ਸਮੇਂ ਵਿੱਚ ਮੈਂ ਹੋਰ ਕੀ ਕਰਦਾ, ਸੁਣੋ ਜੀ। ਰਾਜਿਆਂ ਦੇ ਪਾਸ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹ ਮੂਰਖ ਨੇ। ਹਾਲਾਂਕਿ ਰਾਜੇ ਦਾ ਸਲਾਹਕਾਰ ਹੋਣਾ ਚਾਹੀਦਾ ਜਿਹੜਾ ਬੁੱਧੀਮਾਨ ਹੋਵੇ। ਕਹਿੰਦਾ ਮੈਂ ਆਪਣੇ ਸਮੇਂ ਵਿੱਚ ਰਾਜਿਆਂ ਦੇ ਨੇੜੇ ਮੂਰਖਾਂ ਨੂੰ ਇਕੱਠਾ ਕਰਕੇ ਰੱਖਦਾ। ਰਾਜਿਆਂ ਨੂੰ ਮੂਰਖ ਘੇਰ ਕੇ ਰੱਖਦੇ ਨੇ, ਜਿਨ੍ਹਾਂ ਨੂੰ ਆਪਾਂ ਆਮ ਸ਼ਬਦਾਂ 'ਚ ਕਹਿ ਦਿੰਦੇ ਆ ਚਮਚੇ। ਅੱਜ ਕੱਲ੍ਹ ਦੀ ਭਾਸ਼ਾ 'ਚ ਉਹ ਜਿਹੜੇ ਚਮਚੇ ਹੁੰਦੇ ਆ ਨਾ, ਉਹਨਾਂ ਰਾਜਿਆਂ ਦੀਆਂ ਅੱਖਾਂ ਹੀ ਨਹੀਂ ਖੁੱਲਣ ਦਿੰਦੇ। ਉਹ ਕਹਿੰਦੇ ਨਾ ਮਹਾਰਾਜ ਤੁਸੀਂ ਹੋ, ਜਿਹੜੀ ਸਹੀ ਰਿਪੋਰਟ ਆ ਉਹਨਾਂ ਤੱਕ ਨਹੀਂ ਪਹੁੰਚਦੀ ਕਰਦੇ। ਮਹਾਰਾਜ ਤੁਸੀਂ ਜੋ ਕਰੋ, ਤੁਸੀਂ ਉਬਾਸੀ ਵੀ ਜਿਹੜੀ ਲੈਂਦੇ ਹੋ ਇਹਦੇ ਨਾਲ ਵੀ ਤੁਹਾਡੇ ਆਕਸੀਜਨ ਫੇਫੜਿਆਂ 'ਚ ਨਹੀਂ ਜਾਂਦੀ,
ਸਗੋਂ ਤੁਸੀਂ ਆਕਸੀਜਨ ਬਾਹਰ ਕੱਢਦੇ ਹੋ। ਉਹ ਤਾਂ ਇਦਾਂ ਦੀਆਂ ਸਿਫਤਾਂ ਕਰਦੇ ਆ। ਮਹਾਰਾਜ ਤੁਸੀਂ ਜਦੋਂ ਕਿਤੇ ਟੁਰ ਕੇ ਜਾਂਦੇ ਹੋ, ਤੁਹਾਡੇ ਟੁਰਨ ਨਾਲ ਵੀ ਲੋਕਾਂ ਦਾ ਭਲਾ ਹੁੰਦਾ। ਟੁਰਦੇ ਤੁਸੀਂ ਹੋ, ਸ਼ੂਗਰ ਲੋਕਾਂ ਦੀ ਘਟ ਜਾਂਦੀ ਹੈ। ਚਮਚਿਆਂ ਦਾ ਆਹ ਕੰਮ ਹੁੰਦਾ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਰਾਜਿਆਂ ਦੇ ਆਲੇ ਦੁਆਲੇ ਮੂਰਖਾਂ ਦੇ ਟੋਲੇ ਇਕੱਠੇ ਕਰ ਦਿੰਦਾ। ਉਹ ਮੂਰਖ ਰਾਜਿਆਂ ਨੂੰ ਸਲਾਹਾਂ ਦਿੰਦੇ ਆ, ਤਦੇ ਤੇ ਇਹੋ ਜਿਹੀਆਂ ਨੀਤੀਆਂ ਆਉਂਦੀਆਂ, ਸਾਡੇ ਲੋਕ ਵਿਚਾਰੇ ਤੜਫਦੇ ਰਹਿ ਜਾਂਦੇ ਆ। ਉਹ ਆਹ ਕੀ ਕਰਦੇ? ਚੰਗੇ ਭਲੇ ਲੋਕਾਂ ਨੂੰ ਪਤਾ ਹੁੰਦਾ ਵੀ ਆਹ ਕੰਮ ਗਲਤ ਹੈ, ਇਹ ਨੀਤੀ ਸਹੀ ਨਹੀਂ, ਪਰ ਉਹ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ। ਕਿਉਂ? ਨੇੜੇ ਤੇੜੇ ਮੂਰਖਾਂ ਦੇ ਟੋਲੇ ਇਹੋ ਜਿਹੇ ਨੇ। ਉਹ ਕਹਿੰਦੇ ਮਹਾਰਾਜ ਤੁਸੀਂ ਚੰਗਾ ਹੀ ਕਰਨਾ, ਜੋ ਕਰਨਾ ਤੁਸੀਂ ਭਲਾ ਹੀ ਕਰਨਾ, ਤੁਸੀਂ ਤਾਂ ਕੰਮ ਮਾੜਾ ਕਰ ਹੀ ਨਹੀਂ ਸਕਦੇ, ਅਕਲ ਨਹੀਂ ਦਿੰਦੇ। ਉਹ ਮੂਰਖ ਜਦੋਂ ਰਾਜਿਆਂ ਦੇ ਆਲੇ ਦੁਆਲੇ ਹੁੰਦੇ ਆ, ਉਦੋਂ ਸਮਾਜ ਗਰਕ ਹੁੰਦਾ ਹੈ। ਕਲਯੁਗ ਕਹਿੰਦਾ ਮੈਂ ਹੀ ਕੁਝ ਕਰਦਾ। ਹਾਂਜੀ। ਦੋਹਰਾ ਕਲ ਮਲ ਆਲਿਆ ਹੋਏ ਨਰ, ਕਿਰਪਨ ਨਾ ਕਰਹੀ ਦਾਨ। ਫਿਰ ਕਹਿੰਦਾ ਕਲਯੁਗ ਕਹਿੰਦਾ ਮੈਂ ਆਪਣੇ ਸਮੇਂ 'ਚ ਜੀਵਾਂ ਨੂੰ ਕਲ ਮਲ ਪਾਪ ਕਰਮ ਵਾਲੇ ਪਾਸੇ ਪ੍ਰੇਰਦਾ। ਕਲ ਮਲ ਆਲਿਆ, ਮਾੜੇ ਭੈੜੇ ਪਾਪਾਂ ਦਾ ਘਰ ਬਣ ਜਾਂਦੇ ਨੇ ਲੋਕ। ਲੋਕਾਂ ਨੂੰ ਮੈਂ ਇੰਨਾ ਕੰਜੂਸ ਕਰ ਦਿੰਦਾ ਆਪਣੇ ਸਮੇਂ 'ਚ। ਜੇ ਧਰਮ ਅਰਥ ਦਾਨ ਕਰਨਾ ਹੋਵੇ ਤੇ ਕਹਿੰਦੇ ਮੈਂ ਕਲਯੁਗ ਕਹਿੰਦਾ ਆਪਣੇ ਸਮੇਂ ਵਿੱਚ ਧਰਮ ਅਰਥ ਲੋਕਾਂ ਨੂੰ ਦਾਨ ਨਹੀਂ ਕਰਨ ਦਿੰਦਾ। ਉਹ ਪੈਸਾ ਜੇ ਕਿਤੇ ਕੰਜਰਖਾਨੇ ਤੇ ਲਾਣਾ ਹੋਵੇ ਝੱਟ ਲਾ ਦਿੰਦਾ। ਜੇ ਕਿਤੇ ਉਹਦੇ ਵਿੱਚੋਂ ਇੱਕ ਅੱਧਾ ਹਿੱਸਾ ਧਰਮ ਵਾਸਤੇ ਲਾਣਾ ਹੋਵੇ, ਕਲਯੁਗ ਕਹਿੰਦਾ ਮੈਂ ਨਹੀਂ ਲਾਉਣ ਦਿੰਦਾ, ਕੰਜੂਸ ਬਣਾ ਦਿੰਦਾ। ਉੱਥੇ ਰਾਗੀਆਂ ਢਾਡੀਆਂ ਨਾਲ ਵੀ ਉਹ ਬੰਦੇ ਲੜਦੇ ਹੁੰਦੇ ਆ। ਉਹ ਰੱਬ ਦਾ ਨਾਂ ਵੇਚਦੇ ਹੋ ਤੁਸੀਂ। ਜਿਹੜਾ ਉੱਥੇ ਲਾਇਆ ਹੁੰਦਾ ਉਹ ਧੀਆਂ ਭੈਣਾਂ ਇਹਨਾਂ ਦੀਆਂ ਨਚਾਉਂਦਾ ਗੰਦੇ ਗੀਤ ਗਾ ਕੇ। ਉੱਥੇ ਜਾ ਕੇ ਫਿਰ ਜਿਹੜੀ ਉਦਾਰਤਾ ਹੁੰਦੀ ਹੈ ਧਰਮ, ਇਹ ਕਲਯੁਗ ਹੈ ਖਾਲਸਾ ਜੀ, ਇਹੀ ਕਲਯੁਗ ਹੈ। ਇਸੇ ਨੂੰ ਕਲਯੁਗ। ਧਰਮ ਅਰਥ ਨਹੀਂ ਖਰਚ ਹੁੰਦਾ। ਕਹਿੰਦਾ ਧਰਮ ਅਰਥ ਖਰਚਣ ਵੇਲੇ ਮੈਂ ਲੋਕਾਂ ਨੂੰ ਰੱਜ ਕੇ ਕੰਜੂਸ ਬਣਾ ਦਿੰਦਾ। ਕਰੋੜਾਂਪਤੀ ਬੰਦੇ ਵੀ ਕਹਿੰਦਾ ਮੈਂ ਧਰਮ ਅਰਥ ਦੇ ਜਦੋਂ ਖਰਚਣ ਵਾਸਤੇ ਉਹਨਾਂ ਨੂੰ ਖਰਚਣਾ ਪੈਂਦਾ, ਉਦੋਂ ਕੰਜੂਸ ਹੋ ਜਾਂਦੇ। ਹਾਂ, ਜਿਨ੍ਹਾਂ ਅੰਦਰ ਗੁਰੂ ਸਾਹਿਬ ਜੀ ਦੀ ਕਣੀ ਹੈ, ਜਿਹੜੇ ਸੱਜੇ ਹੱਥ ਨਾਲ ਦਾਨ ਕਰਨ ਤੇ ਖੱਬੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਐਸੇ ਵੀ ਹਨ। ਮੈਂ ਪਹਿਲੋਂ ਬੇਨਤੀ ਕੀਤੀ ਆ ਵੀ ਕਲਯੁਗ ਗੁਰਮੁਖਾਂ ਵਾਸਤੇ ਨਹੀਂ ਹੈ, ਕਲਯੁਗ ਰੱਬ ਦੇ ਪਿਆਰਿਆਂ ਵਾਸਤੇ ਨਹੀਂ ਹੈ, ਕਲਯੁਗ ਬੰਦਗੀ ਕਰਨ ਵਾਲਿਆਂ ਵਾਸਤੇ ਨਹੀਂ ਹੈ। ਕਲਯੁਗ ਹੈ ਪਾਪੀਆਂ ਵਾਸਤੇ, ਕਲਯੁਗ ਹੈ ਅਧਰਮੀਆਂ ਵਾਸਤੇ, ਕਲਯੁਗ ਹੈ ਡਿੱਗੇ ਹੋਏ ਕਿਰਦਾਰਾਂ ਵਾਲਿਆਂ ਵਾਸਤੇ। ਕਲਯੁਗ ਕਹਿੰਦਾ ਮੈਂ ਲੋਕਾਂ ਨੂੰ ਇੰਨਾ ਕਿਰਪਨ ਬਣਾ ਦਿੰਦਾ, ਕੰਜੂਸ ਬਣਾ ਦਿੰਦਾ ਕਿ ਧਰਮ ਅਰਥ ਮੈਂ ਉਹਨਾਂ ਨੂੰ ਦਾਨ ਨਹੀਂ ਕਰਨ ਦਿੰਦਾ। ਹਾਂਜੀ। ਕਿਰਪਨ ਨਾ ਕਰਹੀ ਦਾਨ, ਕਿਰਪਨ ਕਹਿੰਦੇ ਆ ਕੰਜੂਸ ਨੂੰ। ਹਾਂਜੀ। ਧਰਮ ਹੈ ਤੇ ਵਿਪਰੀਤ ਹੋਏ, ਪਾਵੇਂ ਕਸ਼ਟ ਨਿਦਾਨ। ਕਹਿੰਦਾ ਧਰਮ ਤੋਂ ਵਿਪਰੀਤ ਕਰ ਦਿੰਨਾ ਲੋਕਾਂ ਨੂੰ, ਧਰਮ ਤੋਂ ਉਲਟ ਚਲਾ ਦਿੰਨਾ ਲੋਕਾਂ ਨੂੰ। ਜਿਹੜੀਆਂ ਧਰਮ ਦੀਆਂ ਰਹੁ ਰੀਤੀਆਂ ਮਰਿਆਦਾਵਾਂ ਨੇ ਉਹਨਾਂ ਤੇ ਮੈਂ ਕਿੰਤੂ ਕਰਨ ਲਾ ਦਿੰਨਾ ਲੋਕਾਂ ਨੂੰ। ਕਲਯੁਗ ਵਿੱਚ ਅੱਜ ਧਰਮ ਦੇ ਚੱਲ ਰਹੇ ਜਿਹੜੇ ਧਰਮ ਦੀਆਂ ਰੀਤੀਆਂ ਨੇ ਮਰਿਆਦਾਵਾਂ ਨੇ, ਜੋ ਪੁਰਾਤਨ ਸਮਿਆਂ ਤੋਂ ਚਲਦੀਆਂ ਆ ਰਹੀਆਂ, ਸਾਡਿਆਂ ਵੱਡਿਆਂ ਵਡੇਰਿਆਂ ਬਜ਼ੁਰਗਾਂ ਦੇ ਸਮੇਂ ਤੋਂ, ਕਲਯੁਗ ਕਹਿੰਦਾ ਮੈਂ ਉਹਨਾਂ ਦੇ ਉੱਤੇ ਕਿੰਤੂ ਕਰਨ ਲਾ ਦਿੰਦਾ। ਲੋਕ ਉਹਨਾਂ ਤੇ ਕਿੰਤੂ ਕਰਨ ਲੱਗ ਪਏ। ਆਹ ਕੀ ਹੋ ਰਿਹਾ ਹੈ ਜੀ? ਇਹ ਕੀ ਕਰ ਰਹੇ ਨੇ ਜੀ? ਕਲਯੁਗ ਦੇ ਵਿੱਚ ਧਰਮ ਦੇ ਉੱਤੇ ਕਿੰਤੂ ਕਰਨ ਵਾਲੇ, ਧਰਮ ਤੋਂ ਵਿਪਰੀਤ ਬੁੱਧੀ ਵਾਲੇ ਲੋਕ, ਕਲਯੁਗ ਕਹਿੰਦਾ ਮੈਂ ਆਪਣੇ ਸਮੇਂ ਵਿੱਚ ਉਹ ਜ਼ਿਆਦਾ ਫਲੀਭੂਤ ਕਰਦਾ, ਉਹਨਾਂ ਨੂੰ ਜ਼ਿਆਦਾ ਫਲਾਉਂਦਾ ਹਾਂ। ਚੌਪਈ ਦਿਜ ਵਿਵਹਾਰੀ ਬਹੁਰ ਕਿਸਾਨਾ। ਪਾਵਹਿ ਕਸ਼ਟ ਨਿਦਾਨ, ਉਹ ਅੰਤ ਨੂੰ ਬੜੇ ਕਸ਼ਟ ਪਾਉਂਦੇ ਆ ਫਿਰ ਇਹੋ ਜਿਹੇ ਕਰਮ ਕਰਕੇ। ਜਿਹੜੇ ਬ੍ਰਾਹਮਣ ਵਿਵਹਾਰੀ ਨੇ, ਕਹਿੰਦਾ ਮੈਂ ਉਹਨਾਂ ਦਾ ਸੰਸਾਰ ਵਿੱਚ ਜ਼ਿਆਦਾ ਮਾਣ ਸਨਮਾਨ ਬਣਾਉਣਾ। ਵਿਵਹਾਰੀ ਬ੍ਰਾਹਮਣ ਜਿਹੜੇ ਕਿਸੇ ਦਾ ਹੱਥ ਵੇਖਣ ਤੇ ਕਹਿਣ ਲਿਆ 1000 ਰੁਪਈਆ ਧਾਰ ਇੱਥੇ, ਤੇਰੀ ਆਹ ਰੇਖਾ ਚਾਹ ਕੁਝ ਹੈ ਤੇ ਆਹ ਕੁਝ ਤੇਰੇ ਤੇ ਰਾਹੂ ਹੈ ਤੇ ਆਹ ਤੇਰੇ ਤੇ ਕੇਤੂ ਹੈ। ਜਿਹੜਾ ਬ੍ਰਾਹਮਣ ਆਹ ਕੰਮ ਕਰੇ, ਵਪਾਰ ਕਰੇ,
ਕਹਿੰਦਾ ਕਲਯੁਗ ਵਿੱਚ ਮੈਂ ਉਹਨਾਂ ਦੀ ਪੂਜਾ ਕਰਾਉਂਦਾ ਹਾਂ। ਤਿੰਨ ਕੋ ਆਦਰ ਹੋਏ ਮਹਾਨਾ। ਉਹਨਾਂ ਦਾ ਆਦਰ ਹੁੰਦਾ। ਵੇਖੋ ਜੀ ਫਲਾਣਾ ਬਾਹਮਣ ਬੜਾ ਕੁਝ ਵਧੀਆ ਦੱਸਦਾ, ਫਲਾਣਾ ਜੋਤਸ਼ੀ ਬੜਾ ਕੁਝ ਦੱਸਦਾ, ਫਲਾਣੇ ਨੇ ਮੈਨੂੰ ਆਹ ਕੁਝ ਦੱਸਿਆ ਸੀ, ਅਮਕੇ ਨੇ ਆਹ ਦੱਸਿਆ ਸੀ। ਉਹਨਾਂ ਦਾ ਕਹਿੰਦਾ ਮੈਂ ਆਪਣੇ ਸਮੇਂ 'ਚ ਸਨਮਾਨ ਕਰਾਉਣਾ। ਵੇਦ ਪਾਠ ਕੀ ਤਤ ਵਿਚਾਰੀ। ਜਿਹੜੇ ਬ੍ਰਾਹਮਣ ਵੇਦ ਪੜਨ ਵਾਲੇ, ਅਸਲ ਵਿੱਚ ਬ੍ਰਾਹਮਣ ਨੇ, ਬ੍ਰਹਮ ਬਿੰਦਾ ਤਿਸਦਾ ਬ੍ਰਹਮਤਰ ਹੈ, ਜਿਹੜੇ ਵੇਦ ਪਾਠ ਪੜਨ ਵਾਲੇ, ਜਿਹੜੇ ਗੁਣੀ ਨੇ, ਜਿਨ੍ਹਾਂ ਨੇ ਕਦੇ ਵੇਦ ਪੜ੍ਹੇ ਨਹੀਂ, ਉਹਨਾਂ ਬ੍ਰਾਹਮਣਾਂ ਦੀ ਪੂਜਾ। ਜਿਨ੍ਹਾਂ ਨੇ ਕਦੇ ਧਰਮ ਗ੍ਰੰਥਾਂ ਦਾ ਅਧਿਐਨ ਕੀਤਾ ਹੀ ਨਹੀਂ, ਉਹਨਾਂ ਦੀ ਪੂਜਾ। ਜਿਹੜੇ ਪੜ੍ਹੇ ਲਿਖੇ ਨੇ, ਧਰਮ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਨੇ, ਉਹ ਕਹਿੰਦਾ ਮੇਰੇ ਸਮੇਂ 'ਚ ਰੁਲਦੇ ਫਿਰਦੇ ਨੇ, ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈ। ਆਹ ਕੁਝ ਹੁੰਦਾ ਸਾਡੇ ਸਮਾਜ ਵਿੱਚ। ਜਿਹੜਾ ਕੱਚ ਪਿੱਚ ਸੁਣਾਵੇ ਉਹਦੀ ਬੜੀ ਸੋਭਾ, ਜਿਹੜਾ ਤਤਵ ਬੋਲ ਸੁਣਾਵੇ, ਧਰਮ ਗ੍ਰੰਥਾਂ ਵਿੱਚੋਂ ਪੜ੍ਹ ਕੇ ਅਧਿਐਨ ਕਰਕੇ ਸੁਣਾਵੇ, ਉਹਦੀ ਕੋਈ ਕਦਰ ਨਹੀਂ। ਕਲਯੁਗ ਕਹਿੰਦਾ ਮੈਂ ਆਪਣੇ ਸਮੇਂ 'ਚ ਆਹੀ ਕੁਝ ਕਰਦਾ ਹਾਂ, ਇਹੀ ਕੁਝ ਹੋ ਰਿਹਾ ਹੈ। ਹਾਂਜੀ। ਤਿੰਨ ਹੈ ਕਹਿਤ ਇਹ ਫਿਰਤ ਖੁਆਰੀ। ਤੇ ਜਿਹੜੇ ਤਤਵ ਵੇਤਾ ਨੇ, ਪੜ੍ਹੇ ਲਿਖੇ ਨੇ, ਵੇਦ ਸ਼ਾਸਤਰਾਂ ਦੇ ਚੰਗੇ ਵਿਦਵਾਨ ਨੇ, ਉਹਨਾਂ ਨੂੰ ਲੋਕ ਪਤਾ ਕੀ ਕਹਿੰਦੇ, ਇਹ ਤਾਂ ਉਦਾਂ ਹੀ ਮਾਰੀ ਜਾਂਦਾ ਖੁਆਰ ਦੀਆਂ ਗੱਲਾਂ। ਕੋਈ ਕਥਾ ਤਾਂ ਉਹ ਫਲਾਣਾ ਬੰਦਾ ਕਰਦਾ, ਉਹ ਕੀ ਕਰਦਾ? ਜੋ ਕੱਚ ਪਿੱਚ ਸੁਣਾਵੇ, ਸੱਜੇ ਖੱਬੇ ਨੈਟ ਤੋਂ ਵੇਖ ਕੇ ਉੱਥੇ ਆਹ ਕੁਝ ਉਹਨੇ ਆਖਿਆ, ਉਹਨੇ ਆਹ ਆਖਿਆ, ਕਹਿੰਦੇ ਜੀ ਆਹ ਕਥਾ ਹੈ। ਜਿਹੜਾ ਗੁਰਬਾਣੀ ਦੀ ਕਥਾ ਸੁਣਾਵੇ, ਜਿਹੜਾ ਹਰੀ ਜਸ ਸੁਣਾਵੇ, ਜਿਹੜਾ ਇਤਿਹਾਸ ਸੁਣਾਵੇ, ਉਹਦੇ ਬਾਰੇ ਕਹਿੰਦੇ ਕੋਈ ਕਥਾ ਥੋੜੀ ਹੈ। ਕਲਯੁਗ ਵਿੱਚ ਆ ਵੀ ਕੁਝ ਹੁੰਦਾ। ਵਿਦਵਾਨਾਂ ਦੀ ਬੇਕਦਰੀ ਔਰ ਜਿਨ੍ਹਾਂ ਨੂੰ ਵਿਦਿਆ ਦਾ ਕੋਈ ਇਲਮ ਨਹੀਂ, ਉਹਨਾਂ ਦੀ ਕਦਰ। ਕਲਯੁਗ ਕਹਿੰਦਾ ਮੈਂ ਇਹੀ ਕੁਝ ਕਰਦਾ, ਇਹੀ ਕੁਝ ਕਰਾਉਂਦਾ ਹਾਂ। ਭੂਪ ਕਹੈ ਹਮਕੋ ਨਿਤ ਟੋਟੂ। ਜਿਹੜੇ ਰਾਜੇ ਨੇ ਉਹ ਹਮੇਸ਼ਾ ਉੱਚੀ ਉੱਚੀ ਹੋਕਾ ਦੇ ਕੇ ਹੀ ਆਖਦੇ ਆ ਕਿ ਸਾਨੂੰ ਤਾਂ ਘਾਟਾ ਪੈ ਗਿਆ ਜੀ, ਸਾਡਾ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਉਹ ਭਲੇ ਬਾਣਸੋ ਲੋਕ ਤਾਂ ਭਰ ਰਹੇ ਨੇ ਸਾਰਾ ਕੁਝ, ਖਾਲੀ ਤੁਸੀਂ ਕਰ ਰਹੇ ਹੋ। ਦੁਨੀਆ ਕਹੇ ਲੋਕ ਆਖਣ ਭਾਈ ਉਹ ਸਾਡੇ ਬਾਰੇ ਕੋਈ ਖਜ਼ਾਨਾ ਖਾਲੀ। ਪਹਿਲੇ ਖਾਲੀ ਕਰ ਗਏ, ਦੂਜੇ ਖਾਲੀ ਕਰ ਗਏ, ਤੀਜੇ ਕਰ ਗਏ, ਜੋ ਕਰ ਗਏ ਹੁਣ ਤੁਸੀਂ ਭਰ ਲਓ ਬਈ। ਇਹ ਕਲਯੁਗ ਦਾ ਸਮਾਂ ਹੈ। ਕਲਯੁਗ ਕਹਿੰਦਾ ਜਿਹੜੇ ਰਾਜੇ ਨੇ ਉਹ ਉੱਚੀ ਉੱਚੀ ਆਖਣਗੇ ਲੋਕਾਂ ਨੂੰ ਜੇ ਸਾਨੂੰ ਘਾਟਾ ਪੈ ਰਿਹਾ ਹੈ, ਅਸੀਂ ਘਾਟੇ 'ਚ ਚੱਲ ਰਹੇ ਹਾਂ, ਸਾਡੀ ਸਰਕਾਰ ਘਾਟੇ 'ਚ ਚੱਲ ਰਹੀ ਹੈ, ਸਾਡਾ ਖਜ਼ਾਨਾ ਘਾਟੇ 'ਚ ਚੱਲ ਰਿਹਾ ਹੈ। ਕਲਯੁਗ ਕਹਿੰਦਾ ਮੈਂ ਰਾਜੇ ਜਦੋਂ ਇਹ ਗੱਲ ਕਹਿਣ ਲੱਗ ਪੈਣ ਵੀ ਅਸੀਂ ਘਾਟੇ 'ਚ ਚੱਲ ਰਿਹਾ, ਤੇ ਲੋਕਾਂ ਦਾ ਕੀ ਬਣੂ ਭਾਈ, ਦੁਨੀਆ ਦਾ ਕੀ ਬਣੂ? ਜਦੋਂ ਰਾਜੇ ਕਹਿਣ ਲੱਗ ਪਣ, ਕਲਯੁਗ ਕਹਿੰਦਾ ਮੈਂ ਆਪਣੇ ਸਮੇਂ 'ਚ ਰਾਜਿਆਂ ਨੂੰ ਇਸ ਪਾਸੇ ਲਾਇਆ ਹੋਇਆ ਵੀ ਉਹ ਵੀ ਰੋਈ ਜਾਂਦੇ ਆ ਤੇ ਕਹੀ ਜਾਂਦੇ ਆ ਸਾਨੂੰ ਘਾਟਾ ਪੈ ਗਿਆ। ਪ੍ਰਜਾ ਕਹੇ ਹਮ ਲੇਹ ਖਸੋਟੂ। ਤੇ ਜਿਹੜੀ ਪ੍ਰਜਾ ਉਹ ਕਿਹੜਾ ਦੁੱਧ ਨਾਤੀ ਆ, ਕਲਯੁਗ ਕਹਿੰਦਾ ਮੈਂ ਵੀ ਉਹਨਾਂ ਨੂੰ ਪਵਿੱਤਰ ਨਹੀਂ ਰੱਖਿਆ। ਕਲਯੁਗ ਰਾਜੇ ਕਹਿੰਦੇ ਸਾਨੂੰ ਘਾਟਾ ਪੈ ਗਿਆ, ਤੇ ਪ੍ਰਜਾ ਕਹਿੰਦੀ ਆ ਵੀ ਲੁੱਟ ਲੋ ਕਿਸੇ ਤਰੀਕੇ, ਕਸਰ ਨਾ ਛੱਡਿਓ। ਜੇ ਕਿਤੇ ਇਹੋ ਜਿਹਾ ਸਬੱਬ ਬਣ ਜੇ ਪ੍ਰਜਾ ਨੂੰ ਵੀ ਕਿਸੇ ਪ੍ਰਕਾਰ ਦਾ ਕੁਝ ਸਰਕਾਰੀ ਜਾਂ ਰਾਜੇ ਦਾ ਕੁਝ ਲੁੱਟਣਾ, ਫਿਰ ਉਦੋਂ ਖੈਰ ਨਹੀਂ ਗੁਜ਼ਾਰਦੇ। ਪ੍ਰਜਾ ਕਹਿੰਦੀ ਆ ਅਸੀਂ ਲੁੱਟ ਲਈਏ, ਰਾਜੇ ਕਹਿੰਦੇ ਆ ਸਾਨੂੰ ਘਾਟਾ ਪੈ ਰਿਹਾ। ਕਹਿੰਦਾ ਆਹ ਕੁਝ ਹੋ ਰਿਹਾ ਮੇਰੇ ਸਮੇਂ 'ਚ। ਹਾਂਜੀ। ਸੰਨਿਆਸੀ ਸੰਚੈ ਬਹੁ ਧਨ ਕੋ। ਕਹਿੰਦਾ ਮੇਰੇ ਸਮੇਂ 'ਚ ਜਿਹੜੇ ਸੰਨਿਆਸੀ ਨੇ ਨਾ, ਸੰਨਿਆਸੀ ਜਿਹੜੇ ਗੇਰੂ ਰੰਗੇ ਕੱਪੜੇ ਪਾ ਕੇ ਸੰਨਿਆਸੀ ਹੋ ਜਾਂਦੇ ਘਰ-ਬਾਰ ਛੱਡ ਕੇ, ਕਹਿੰਦਾ ਉਹ ਸੰਨਿਆਸੀਆਂ ਦੀ ਮੇਰੇ ਸਮੇਂ ਵਿੱਚ ਕਲਯੁਗ ਕਹਿੰਦਾ 5-5 ਲੱਖ ਕਰੋੜ ਰੁਪਏ ਦੀ ਟਰਨਓਵਰ ਹੋਵੇਗੀ ਸਾਲ ਦੀ। ਮੇਰੇ ਸਮੇਂ 'ਚ ਜਿਹੜੇ ਸੰਨਿਆਸੀ ਹੈ ਕਹਿੰਦੇ ਉਹਨਾਂ ਦਾ ਵਪਾਰ ਚੱਲਣਗੇ ਵੱਡੇ ਵੱਡੇ, ਉਹ ਕਰੋੜਾਂ ਰੁਪਈਆ ਇਕੱਠਾ ਕਰਨਗੇ ਜਿਹੜੇ ਸਮੇਂ ਦੇ ਮੇਰੇ ਸਮੇਂ ਦੇ ਸੰਨਿਆਸੀ ਨੇ। ਹਾਂਜੀ। ਅਸਨ ਬਸਨ ਅਲਪ ਗ੍ਰਸਤਨ ਕੋ। ਤੇ ਜਿਹੜੇ ਗ੍ਰਸਤੀ ਆ ਵਿਚਾਰੇ, ਉਹਨਾਂ ਦੇ ਘਰ 'ਚ ਭੰਗ ਭੁੱਜੇਗੀ, ਰੋਟੀ ਖਾਣੀ ਵੀ ਔਖੀ, ਉਹਨਾਂ ਨੂੰ ਭੋਜਨ ਛਕਣਾ ਵੀ ਔਖਾ। ਹਾਲਾਂਕਿ ਸੰਨਿਆਸੀ ਦਾ ਜਿਹੜਾ ਧਰਮ ਹੈ ਨਾ ਖਾਲਸਾ ਜੀ, ਬੜਾ ਕਰੜਾ ਹੁੰਦਾ। ਸੰਨਿਆਸੀ ਨੂੰ ਛੱਤ ਥੱਲੇ ਰਹਿਣ ਦੀ ਆਗਿਆ ਨਹੀਂ।
ਜਿਹੜਾ ਸੰਨਿਆਸੀ ਹੈ, ਉਹਨੂੰ ਕਿਸੇ ਭਾਂਡੇ ਵਿੱਚ ਖਾਣ ਦੀ ਇਜਾਜ਼ਤ ਨਹੀਂ। ਉਹਨੂੰ ਨਾਰੀਅਲ ਦਾ ਜਿਹੜਾ ਛਿਲਕਾ ਹੁੰਦਾ ਨਾ, ਖੋਪਰ, ਉਹਦੇ 'ਚ ਖਾਣ ਦੀ ਆਗਿਆ ਵੀ ਤੂੰ ਉਹਦੇ 'ਚ ਰੋਟੀ ਖਾਣੀ ਹੈ, ਸਬਜ਼ੀ ਭਾਜੀ ਪਾ ਕੇ। ਇੱਕ ਲੰਗੋਟੀ ਤੋਂ ਵੱਧ ਸੰਨਿਆਸੀ ਨੇ ਆਪਣੇ ਕੋਲ ਵੱਧ ਕੁਝ ਨਹੀਂ ਰੱਖਣਾ, ਜਿਹੜਾ ਸੰਨਿਆਸੀ ਹੈ। ਪਰ ਅੱਜ ਕੱਲ ਸੰਨਿਆਸੀ ਐਸੇ ਸੰਨਿਆਸੀ ਨਹੀਂ ਹਨ। ਸੰਨਿਆਸੀ ਕਦੇ ਡੇਰੇ ਬਣਾ ਕੇ ਨਹੀਂ ਸਨ ਰਹਿੰਦੇ। ਸੰਨਿਆਸੀ ਇੱਕ ਜਗ੍ਹਾ ਤੋਂ ਦੂਜੇ ਤੋਂ ਤੀਜੇ ਥਾਂ ਤੇ ਵਿਚਰਦਿਆਂ ਹੋਇਆਂ ਲੋਕਾਂ ਨੂੰ ਧਰਮ ਦ੍ਰਿੜ ਕਰਾਉਂਦੇ ਸੀ। ਉਹਨਾਂ ਨੂੰ ਦੱਸਦੇ ਸੀ ਰੱਬ ਦੇ ਘਰ ਦੇ ਮਾਰਗ ਦੀ ਗੱਲ ਦੱਸਦੇ ਸੀ। ਅੱਜ ਵਰਗੇ ਸੰਨਿਆਸੀ ਨਹੀਂ। ਕਲਯੁਗ ਕਹਿੰਦਾ ਮੇਰੇ ਸਮੇਂ 'ਚ ਸੰਨਿਆਸੀ ਉਹ ਜੋੜ ਕੇ ਖਜ਼ਾਨੇ ਭਰਨਗੇ ਆਪਣੇ, ਤੇ ਮੇਰੇ ਸਮੇਂ 'ਚ ਜਿਹੜੇ ਗ੍ਰਸਤੀ ਨੇ, ਕਹਿੰਦਾ ਗ੍ਰਸਤੀਆਂ ਦੇ ਘਰ ਭੋਜਨ ਪੱਖਣਾ ਵੀ ਔਖਾ ਹੋਵੇਗਾ। ਔਰ ਗਣਨ ਕਰ ਕਹਾ ਸੁਣਾਉ। ਮਹਾਰਾਜ ਜੀ ਇਹ ਤਾਂ ਮੋਟੀਆਂ ਗੱਲਾਂ ਮੈਂ ਦੱਸਦਾ, ਗਿਣਤੀ ਨਹੀਂ ਕਰ ਸਕਦਾ ਵੀ ਮੈਂ ਕੀ ਕਰਾ ਰਿਹਾ ਤੇ ਮੇਰੇ ਸਮੇਂ 'ਚ ਅੱਗੇ ਹੋਰ ਕੀ ਹੋਣਾ। ਮਹਾਰਾਜ ਜੀ ਉਹ ਮੈਂ ਦੱਸ ਨਹੀਂ ਸਕਦਾ, ਉਹਦੀਆਂ ਗਿਣਤੀਆਂ ਨਹੀਂ ਕਰ ਸਕਦਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਲਯੁਗ ਵਿੱਚ ਅੱਗੇ ਕੀ ਹੋਣਾ ਉਹਦੇ ਬਾਰੇ ਬਚਨ ਲਿਖੇ ਹੈ। ਜਿਹੜੇ ਬਚਨ ਮੇਰੇ ਸਾਹਿਬ ਨੇ ਸ੍ਰੀ ਦਸਮ ਬਾਣੀ ਵਿੱਚ ਕਲਕੀ ਅਵਤਾਰ 'ਚ ਲਿਖੇ ਹੈ ਨਾ, ਉਹ ਅੱਜ ਇਨ ਬਿਨ ਉਸੇ ਤਰ੍ਹਾਂ ਵਰਤਦੇ ਨੇ ਜੋ ਗੁਰਦੇਵ ਨੇ 300 - 350 ਸਾਲ ਪਹਿਲਾਂ ਲਿਖ ਦਿੱਤੇ, ਉਹ ਵਰਤ ਰਹੇ ਹੈ। ਕਹਿੰਦਾ ਜੀ ਮੈਂ ਕੀ ਗਿਣ ਕੇ ਦੱਸਾਂ ਵੀ ਹੋਰ ਮੈਂ ਕੀ ਕਰਨਾ। ਮੋਰ ਸਮੇਂ ਕੋ ਜੋਨ ਪ੍ਰਭਾਉ। ਕਹਿੰਦਾ ਜੀ ਮੇਰੇ ਸਮੇਂ ਦਾ ਜਿਹੜਾ ਪ੍ਰਭਾਵ ਹੈ, ਜਹ ਸਤ ਤਪ ਬ੍ਰਤ ਧਰਮ ਉਪਾਸਨ। ਕਹਿੰਦਾ ਜੀ ਉਹਦੇ ਬਾਰੇ ਸੁਣੋ। ਜਿੱਥੇ ਸਤਸੰਗ ਹੁੰਦਾ, ਜਿੱਥੇ ਜਪ ਤਪ ਹੁੰਦਾ, ਜਿੱਥੇ ਲੋਕ ਸੰਜਮੀ ਨੇ, ਜਿੱਥੇ ਭਜਨੀਕ ਹਨ, ਸਭ ਇੱਕ ਬਾਰ ਹੈ ਕਰੋ ਬਿਨਾਸ਼ਨ। ਕਹਿੰਦਾ ਮੈਂ ਪਹਿਲਾਂ ਜ਼ੋਰ ਪਾਵਾਂਗਾ ਵੀ ਨਾ ਮੈਂ ਆਪਣੇ ਸਮੇਂ 'ਚ ਸਤ ਸੰਗਤ ਰਹਿਣ ਦੇਣੀ ਹੈ, ਨਾ ਮੈਂ ਆਪਣੇ ਸਮੇਂ 'ਚ ਜਪ ਤਪ ਰਹਿਣ ਦੇਣਾ, ਮੈਂ ਇਹਨਾਂ ਸਾਰਾ ਕਰ ਦੇਣਾ, ਖਤਮ ਕਰ ਦੇਣਾ। ਦੋਹਰਾ ਆਇਸ ਅਸ ਕਰਤਾਰ ਕੀ ਸੋ ਤੁਮਰੀ ਹੀ ਹੋਏ। ਕਹਿੰਦਾ ਜੀ ਇਹੀ ਹੁਕਮ ਹੈ ਮੈਨੂੰ ਕਰਤਾਰ ਦਾ। ਕਹਿੰਦੇ ਉਹ ਕਰਤਾਰ ਕਿਹੜਾ ਮਹਾਰਾਜ? ਤੁਹਾਡਾ ਹੀ ਤਾਂ ਹੁਕਮ ਹੈ। ਕਲਯੁਗ ਕਹਿੰਦਾ ਉਹ ਮਹਾਰਾਜ ਤੁਸੀਂ ਤਾਂ ਹੋ, ਤੁਹਾਡਾ ਹੀ ਤਾਂ ਹੁਕਮ ਹੈ ਮਹਾਰਾਜ ਇਹ ਕੁਝ ਕਰਨ ਦਾ, ਵੀ ਜਪ ਤਪ ਸੰਜਮ ਸਭ ਕੁਝ ਮੈਂ ਨਸ਼ਟ ਭ੍ਰਸ਼ਟ ਕਰ ਦਿਆਂ, ਕਲਯੁਗ ਵਿੱਚ ਰਹਿਣ ਹੀ ਨਾ ਦਿਆਂ ਆਪਣੇ ਸਮੇਂ 'ਚ ਕੁਝ। ਮਹਾਰਾਜ ਇਹ ਕਰਤਾਰ ਦੀ ਆਗਿਆ, ਉਹ ਵੱਖਰਾ ਕਰਤਾਰ ਥੋੜੀ ਹੈ ਮਹਾਰਾਜ, ਤੁਸੀਂ ਤਾਂ ਹੋ, ਤੁਹਾਡੀ ਤਾਂ ਹੀ ਆਗਿਆ, ਮੈਨੂੰ ਆਪ ਜੀ ਦਾ ਹੀ ਹੁਕਮ ਹੈ। ਅਬ ਜਿਹੇ ਬਿਦ ਉਚਰੋ ਪ੍ਰਭੂ ਮੈਂ ਮਾਨੂਗਾ ਸੋਏ। ਮਹਾਰਾਜ ਹੁਣ ਜਿਵੇਂ ਤੁਸੀਂ ਕਹੋਗੇ, ਪਹਿਲਾਂ ਤੁਸੀਂ ਕਿਹਾ ਸੀ ਉਹ ਕਰ ਰਿਹਾ, ਅੱਗੋਂ ਜੋ ਤੁਸੀਂ ਆਖੋਗੇ ਮਹਾਰਾਜ ਉਹ ਵੀ ਮੈਂ ਹੀ ਕਰਨਾ ਪਾਤਸ਼ਾਹ, ਹੁਣ ਵੀ ਤੁਹਾਡੇ ਆਖੇ ਲੱਗ ਕੇ ਹੀ ਕਰਨਾ। ਹੁਣ ਜੋ ਆਪ ਜੀ ਫਰਮਾਓਗੇ ਮੈਂ ਉਹ ਕਰਾਂ। ਚੌਪਈ ਮੈਂ ਆਇਸ ਰਾਵਰ ਅਨੁਸਾਰੀ। ਮਹਾਰਾਜ ਮੈਂ ਤੁਹਾਡੀ ਆਗਿਆ ਦੇ ਅਨੁਸਾਰੀ ਹਾਂ, ਤੁਹਾਡੇ ਹੁਕਮ ਹਾਂ, ਤੁਹਾਡੇ ਤਾਬਿਆਂ ਹਾਂ। ਤਦਪ ਲਿਹੋ ਕੁਛ ਭੇਟ ਹਮਾਰੀ। ਮਹਾਰਾਜ ਮੈਂ ਤੁਹਾਡੇ ਅਧੀਨ ਹਾਂ, ਤੁਹਾਡਾ ਦਾਸ ਹਾਂ। ਆਪ ਜੀ ਦਾ ਹੁਕਮ ਹੋਇਆ ਕਿ ਤੁਹਾਡੇ ਸੇਵਕਾਂ ਤੇ ਮੇਰਾ ਕੋਈ ਪ੍ਰਭਾਵ ਨਹੀਂ। ਐਸਾ ਵੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਕਿ ਇਹਨੇ ਆਪਣੇ ਸਰੀਰ ਉੱਤੇ ਇੱਕ ਬੜਾ ਕੀਮਤੀ ਦੁਸ਼ਾਲਾ ਲਪੇਟਿਆ ਹੋਇਆ ਸੀ, ਬੜਾ ਕੀਮਤੀ, ਪਰ ਉਹਦੇ 'ਚ ਮੋਟੇ ਖੱਪੇ ਜਿਹੇ ਨਿਕਲੇ ਹੋਏ। ਮਰਦਾਨਾ ਪੁੱਛਦਾ ਮਹਾਰਾਜ ਦੁਸ਼ਾਲਾ ਐਡਾ ਸੋਹਣਾ ਇਹਨੇ ਲਿਆ, ਵਿੱਚ ਖੱਪੇ ਨਿਕਲੇ ਆ, ਇਹ ਕਾਹਦੇ ਵਾਸਤੇ? ਮਹਾਰਾਜ ਕਹਿੰਦੇ ਇਹਨੂੰ ਹੀ ਪੁੱਛ ਲੈ ਮਰਦਾਨਿਆ। ਕਲਯੁਗ ਨੇ ਦੱਸਿਆ, ਕਹਿੰਦਾ ਇਹ ਜਿਹੜਾ ਮੇਰੇ ਕੋਲ ਦੁਸ਼ਾਲਾ ਹੈ ਇਹ ਹੈ ਦਲਿੱਦਰ ਦਾ। ਜਦੋਂ ਅੰਮ੍ਰਿਤ ਵੇਲਾ ਹੁੰਦਾ ਮੈਂ ਸਾਰੀ ਦੁਨੀਆ ਦੇ ਪਾ ਦੇਣਾ, ਜਿਹੜੇ ਰਾਤ ਨੂੰ 2 ਵਜੇ ਤੱਕ ਪ੍ਰੇਤਾਂ ਵਾਂਗੂ ਭਟਕੀ ਜਾਂਦੇ ਆ ਨਾ, 1 ਵਜੇ ਤਾਈਂ ਸੱਜੇ ਖੱਬੇ, ਕਹਿੰਦਾ ਅੰਮ੍ਰਿਤ ਵੇਲੇ 2-2:30 ਵਜੇ ਮੈਂ ਉਹਨਾਂ ਨੂੰ ਵੀ ਦੱਬ ਲੈਣਾ, ਜਿਹੜੇ ਸਾਰੀ ਰਾਤ ਭੱਜੇ ਫਿਰਦੇ ਆ। ਇਹ ਹੈ ਦੁਸ਼ਾਲਾ ਦਲਿੱਦਰ ਦਾ। ਤੇ ਇਹ ਜਿਹੜੇ ਛੇਕ ਨਿਕਲੇ ਹੋਏ ਆ ਨਾ, ਇਹ ਉਹਨਾਂ ਨੇ ਕੱਢੇ ਆ ਜਿਹੜੇ ਦਲਿੱਦਰ ਦੇ ਇਸ ਦੁਸ਼ਾਲੇ ਦੀ ਪਰਵਾਹ ਨਾ ਮੰਨਦਿਆਂ ਹੋਇਆਂ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਤੋਂ ਕਹਿੰਦੇ ਧੰਨ ਗੁਰੂ ਨਾਨਕ ਤੇ ਦੁਸ਼ਾਲੇ ਨੂੰ ਚੀਰ ਕੇ ਉੱਠ ਖਲੋਂਦੇ। ਸੱਚ
ਸ੍ਰੀ ਅਕਾਲ। ਉਹਨਾਂ ਉੱਤੇ ਇਹ ਦਲਿੱਦਰ ਦਾ ਦੁਸ਼ਾਲਾ ਕੋਈ ਅਸਰ ਨਹੀਂ ਪਾਉਂਦਾ। ਇਹ 6 ਗੁਰੂ ਨਾਨਕ ਦੇ ਸਿੱਖਾਂ ਨੇ ਕੱਢੇ ਹੋਏ ਆ। ਉਹ ਅੰਮ੍ਰਿਤ ਵੇਲੇ 2-2:30 ਵਜੇ ਉੱਠ ਕੇ ਹੀ ਤਿਆਰ ਹੋ ਜਾਂਦੇ ਔਰ ਬਾਣੀ ਪੜ੍ਹਨ ਲੱਗ ਪੈਂਦੇ। ਇਹ ਮਹਾਰਾਜ ਜੀ ਦਾ ਸੇਵਕ ਬਣ ਕੇ ਹੁਣ ਕਹਿ ਰਿਹਾ, ਮਹਾਰਾਜ ਮੇਰੇ ਕੋਲੋਂ ਕੁਝ ਤਾਂ ਭੇਟਾ ਲਓ, ਮੈਂ ਆਪਣੇ ਸਮੇਂ ਵਿੱਚ ਕੁਝ ਤਾਂ ਆਪ ਜੀ ਦੇ ਚਰਨਾਂ 'ਚ ਅਰਪਣ ਕਰਾਂ। ਕੰਚਨ ਮੰਦਿਰ ਦਰਬ ਮਹਾਨਾ। ਮਹਾਰਾਜ ਕੋਈ ਸੋਨੇ ਦਾ ਮੰਦਰ, ਧਨ ਸੰਪਦਾ, ਕੁਝ ਮਹਾਰਾਜ ਜੋ ਮੇਰੇ ਕੋਲ ਹੈ ਇਸ ਵਕਤ ਉਹ ਤੁਹਾਡਾ ਹੈ, ਮੈਂ ਅਰਪਣ ਕਰਦਾ ਹਾਂ। ਜਬ ਲੇਵੋ ਹੋਵੋ ਹਰ ਖਾਨਾ। ਮਹਾਰਾਜ ਮੈਂ ਚਾਹੁੰਦਾ ਮੇਰੇ ਕੋਲੋਂ ਕੁਝ ਭੇਟਾ ਆਪ ਜੀ ਲਵੋ ਤੇ ਮੈਨੂੰ ਖੁਸ਼ੀ ਹੋਵੇ। ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਮੈਂ ਵੀ ਤੁਹਾਡੀ ਆਗਿਆ ਵਿੱਚ ਚੱਲ ਰਿਹਾ। ਸੁਨ ਕਰ ਬਿਗਸੇ ਸ਼੍ਰੀ ਗੁਣ ਖਾਨੀ। ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੀ ਬੇਨਤੀ ਸੁਣੀ ਤੇ ਖੇੜੇ ਵਿੱਚ ਆਏ। ਹਵੈ ਪ੍ਰਸੰਨ ਬੋਲੇ ਤਬ ਬਾਣੀ। ਪ੍ਰਸੰਨ ਹੋ ਕੇ ਸਾਹਿਬ ਜੀ ਬੋਲੇ, ਸਭ ਜੁਗ ਤੇ ਬੜ ਤੇਜ ਤੁਮਾਰਾ। ਮਹਾਰਾਜ ਜੀ ਕਹਿੰਦੇ ਕਲਯੁਗ ਸਤਯੁਗ ਤੋਂ ਵੀ ਤੇਰਾ ਵੱਧ ਤੇਜ ਹੈ। ਸਤਯੁਗ ਦਾ ਉਹਨਾਂ ਪ੍ਰਤਾਪ ਨਹੀਂ ਜਿੰਨਾ ਤੇਰਾ ਵਧਿਆ ਹੋਇਆ ਹੈ। ਹੋਵੇ ਗੋ ਇਹ ਵਾਕ ਹਮਾਰਾ। ਤੇਰਾ ਪ੍ਰਤਾਪ ਬਹੁਤ ਜ਼ਿਆਦਾ ਹੈ ਕਲਯੁਗ। ਤੋਰ ਕਾਲ ਕੀਰਤ ਕਰਤਾਰਾ। ਹਾਂ ਤੇਰੇ ਇਸ ਸਮੇਂ ਵਿੱਚ ਜਿਹੜੀ ਨਿਰੰਕਾਰ ਦੀ ਕੀਰਤੀ ਹੈ, ਅਕਾਲ ਪੁਰਖ ਦੀ ਕੀਰਤੀ ਹੈ, ਮਹਿਮਾ ਤਾਂ ਕੀ ਵਧੈ ਅਪਾਰਾ। ਪਰਮੇਸ਼ਰ ਦੀ ਕੀਰਤੀ ਤੇਰੇ ਸਮੇਂ ਵਿੱਚ ਵਧੇਗੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਮਹਾਰਾਜ ਜੀ ਕਹਿੰਦੇ ਤੇਰੇ ਸਮੇਂ 'ਚ ਪਰਮੇਸ਼ਰ ਦਾ ਕੀਰਤਨ ਫਲੀਭੂਤ ਹੋਵੇਗਾ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਪਰਮੇਸ਼ਰ ਦੀ ਕੀਰਤੀ ਤੇਰੇ ਸਮੇਂ ਵਿੱਚ ਪ੍ਰਬਲ ਹੈ। ਲੱਖ ਬਰਖ ਸਤਿਗੁਰ ਜੋ ਕਰਈ। ਕਹਿੰਦੇ ਲੱਖਾਂ ਸਾਲਾਂ ਦੇ ਵਿੱਚ ਸਤਯੁਗ 'ਚ ਜੋ ਕੀਤਾ ਜਾਂਦਾ ਸੀ, ਆਇਓ ਤ ਬਰਖ ਤ੍ਰੇਤੇ ਚਿਤ ਧਰਈ। ਤ੍ਰੇਤੇ ਵਿੱਚ 1000 ਵਰਸ ਦੀ ਉਮਰ ਰਹਿ ਗਈ, ਉਹਦੇ ਵਿੱਚ ਕਹਿੰਦੇ 10,000 ਦੀ ਉਮਰ ਰਹਿ ਗਈ। ਦੁਆਪੁਰ ਕਰਤ ਜੇ ਬਰਖ ਹਜ਼ਾਰਾ। ਦੁਆਪਰ ਵਿੱਚ 1000 ਸਾਲ ਤੱਕ ਜੋ ਕੀਤਾ ਜਾਂਦਾ ਸੀ, ਸੋ ਕਲ ਅਲਪ ਕਾਲ ਸੁਖ ਸਾਰਾ। ਤੇਰੇ ਸਮੇਂ ਵਿੱਚ ਕਹਿੰਦੇ ਥੋੜੇ ਸਮੇਂ ਵਿੱਚ ਹੀ ਨਿਰੰਕਾਰ ਦੀ ਕੀਰਤੀ ਕਰਕੇ ਉਹ ਸਭ ਕੁਝ ਮਿਲ ਜਾਏਗਾ ਜਿਹੜਾ ਸਤਯੁਗ ਵਿੱਚ 1 ਲੱਖ ਸਾਲ ਕਰਕੇ ਪ੍ਰਾਪਤ ਹੁੰਦਾ ਸੀ। ਇੰਨਾ ਫਰਕ ਮਹਾਰਾਜ ਕਹਿੰਦੇ ਤੇਰਾ ਤਾਂ ਸਮਾਂ ਹੀ ਜਿਹੜੇ ਰੱਬ ਦੇ ਪਿਆਰੇ ਨੂੰ ਨਾ ਵਾਸਤੇ ਦਾ ਬੜਾ ਭਲਾ ਸਮਾਂ। ਹਰੀ ਦੀ ਕੀਰਤੀ ਕਰਕੇ ਇਹ ਛੁਟਕਾਰੇ ਦਾ ਯੁੱਗ ਹੈ ਕਲਯੁਗ। ਗੁਰੂ ਖਾਲਸਾ ਜੀ ਇਹ ਨਵੇੜੇ ਦਾ ਯੁੱਗ ਹੈ। ਪ੍ਰੀਤ ਯੁਕਤ ਹਰ ਕੀਰਤ ਕਰਈ। ਜਿਹੜੇ ਤੇਰੇ ਸਮੇਂ ਵਿੱਚ ਪ੍ਰੇਮ ਸਹਿਤ ਹਰੀ ਦੀ ਕੀਰਤੀ ਕਰਨਗੇ, ਸੋ ਤਤਕਾਲ ਬਿਖੈ ਭਵ ਤਰਈ। ਉਹ ਤਤਕਾਲ ਇਸ ਭਵ ਸਾਗਰ ਤੋਂ ਸੰਸਾਰ ਤੋਂ ਤਰ ਜਾਣਗੇ। ਬਹੁਰੋ ਚਹਿ ਤਜ ਦੇਨ ਉਪਾਇਨ। ਫਿਰ ਤੂੰ ਚਾਹੁੰਦਾ ਸਾਨੂੰ ਕੁਝ ਭੇਟਾ ਦੇਣੀ, ਰਤਨ ਜੜੇ ਕੰਚਨ ਕੇ ਆਇਨ। ਤੂੰ ਕਹਿਣਾ ਵੀ ਸੋਨੇ ਦੇ ਮੰਦਰ ਦੇਣੇ ਆ, ਭੇਟਾ ਕਰਨੀਆਂ ਸਾਨੂੰ। ਚਤੁਰਥ ਜਾਮਾ ਜਬ ਹਮ ਧਰ ਹੈ। ਚੌਥੇ ਜਾਮੇ ਦੇ ਵਿੱਚ ਜਦੋਂ ਅਸੀਂ ਆਵਾਂਗੇ, ਮਾਇਆ ਸਹਿਤ ਲੈਨ ਤਬ ਕਰ ਹੈ। ਉਦੋਂ ਇਹ ਤੇਰੀ ਭੇਟਾ ਅਸੀਂ ਲਵਾਂਗੇ ਮਾਇਆ ਸਹਿਤ। ਇਹ ਕਿਉਂਕਿ ਇਹਦੇ ਨਾਲ ਵੀ ਕਾਰਜ ਹੋਣੇ ਆ, ਹਾਲੇ ਦੀ ਸਾਨੂੰ ਲੋੜ ਨਹੀਂ। ਚੌਥੇ ਜਾਮੇ ਦੇ ਵਿੱਚ ਸਾਨੂੰ ਇਹਨੂੰ ਸਵੀਕਾਰ ਕਰਾਂਗੇ। ਮਸੰਦ ਪ੍ਰਥਾ ਉਦੋਂ ਹੀ ਚੱਲੀ ਗੁਰੂ ਰਾਮਦਾਸ ਸਾਹਿਬ ਦੇ ਸਮੇਂ, ਕਿਉਂਕਿ ਪਾਤਸ਼ਾਹ ਜਾਣਦੇ ਸਨ ਵੀ ਹੁਣ ਧਰਮ ਦੇ ਫੈਲਾਓ ਵਾਸਤੇ ਜਦੋਂ ਧਰਮ ਸਥਾਨ ਬਣਨੇ ਆ ਤਾਂ ਉਹਦੇ ਵਾਸਤੇ ਮਾਇਆ ਚਾਹੀਦੀ ਹੈ। ਤੋ ਮਾਇਆ ਦੀ ਉਗਰਾਈ ਵਾਸਤੇ ਮਸੰਦ ਪ੍ਰਥਾ ਗੁਰੂ ਰਾਮ ਬਾਅਦ ਵਿੱਚ ਜਾ ਕੇ ਭ੍ਰਸ਼ਟ ਹੋਈ, ਪਰ ਪਹਿਲਾਂ ਬੜੇ ਬੜੇ ਨੇਕ ਨੀਅਤ ਮਸੰਦ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ। ਤੋ ਇਹ ਸੰਕੇਤ ਹੈ। ਕਹਿੰਦੇ ਉਦੋਂ ਚੌਥੇ ਜਾਮੇ 'ਚ ਅਸੀਂ ਤੇ ਇਹ ਭੇਟਾ ਜਿਹੜੀ ਆ ਪ੍ਰਵਾਨ ਕਰਾਂਗੇ। ਸੁਨ ਕਰ ਕਲ ਜੁਗ ਉਰ ਹਰ ਖਾਨਾ। ਸੁਣ ਕੇ ਖੇੜੇ ਵਿੱਚ ਆਇਆ, ਕਰ ਪਦ ਬੰਦਨ ਬਚਨ ਬਖਾਨਾ। ਗੁਰੂ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਕਲਯੁਗ ਬੋਲਿਆ, ਤੁਮ ਸੰਗਤ ਕੇ ਨਿਕਟ ਨਾ ਜੈ ਹੋ। ਮਹਾਰਾਜ ਸਾਰੀ ਦੁਨੀਆ ਤੇ ਮੇਰਾ ਪ੍ਰਭਾਵ ਹੈ, ਪਰ ਮੈਂ ਆਪ ਜੀ ਦੇ ਚਰਨਾਂ 'ਚ ਬਚਨ ਕਰਕੇ ਜਾਂਦਾ ਹਾਂ। ਹੇ ਗੁਰੂ ਨਾਨਕ ਸਾਹਿਬ, ਜਿਹੜੀ ਤੁਹਾਡੀ ਸੰਗਤ ਹੈ, ਤੁਹਾਡੇ ਸਿੱਖ ਦੇ, ਮੈਂ ਕਦੇ ਉਹਨਾਂ ਦੇ ਨੇੜੇ ਨਹੀਂ ਜਾਵਾਂਗਾ।
ਤੁਹਾਡੇ ਸਿੱਖਾਂ ਦੇ ਨੇੜੇ, ਨਾਮ ਜਪਣ ਵਾਲਿਆਂ ਦੇ, ਬਾਣੀ ਪੜਨ ਵਾਲਿਆਂ ਦੇ, ਤੁਹਾਡੀ ਸੰਗਤ ਦੇ ਨੇੜੇ ਨਹੀਂ ਜਾਵਾਂਗਾ। ਹਾਂਜੀ, ਆਨ ਜੀਵ ਦੰਬੀ ਦੁਖ ਦੇ ਹਾਂ। ਜਿਹੜੇ ਪਖੰਡੀ ਨੇ, ਦੰਭੀ ਨੇ, ਉਹਨਾਂ ਨੂੰ ਦੁੱਖ ਦਿਆਂਗਾ। ਉਹਨਾਂ ਨੂੰ ਨਹੀਂ ਮੈਂ ਛੱਡਦਾ, ਜਿਹੜੇ ਪਖੰਡੀ ਹੈ, ਦੰਭੀ ਹੈ, ਉਹਨਾਂ ਨੂੰ ਦੁੱਖ ਦੇਵਾਂਗਾ। ਉਹਨਾਂ ਦੇ ਹਿਰਦੇ ਸਾੜੀ ਰੱਖਾਂਗਾ ਵਿਕਾਰਾਂ ਦੀ ਅੱਗ ਨਾਲ। ਤੁਮਰੇ ਬਚਨ ਜੇ ਸਿੱਖ ਕਮਾਵਹਿ। ਮਹਾਰਾਜ ਜੀ, ਜਿਹੜੇ ਤੁਹਾਡੇ ਸਿੱਖ ਤੁਹਾਡੇ ਬਚਨ ਕਮਾਉਂਦੇ ਐ, ਨਾਮ ਧਰੀਕ ਤਾਂ ਬੜੇ ਹੋਣਗੇ, ਜਿਹੜੇ ਕਹਿੰਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਪਰ ਮਹਾਰਾਜ ਜਿਹੜੇ ਸਿੱਖ ਤੁਹਾਡੇ ਬਚਨ ਕਮਾਉਣਗੇ, ਇਹ ਵੀ ਬਚਨ ਹੈ ਨਾਲ, ਜਿਹੜੇ ਸਿੱਖ ਮਹਾਰਾਜ ਜੀ ਤੁਹਾਡੇ ਬਚਨ ਕਮਾਉਂਦੇ ਹਨ ਜਾਂ ਕਮਾਉਣਗੇ, ਤਿਨ ਪਰ ਮੋਰਾ ਕਛ ਨਾ ਬਸਾਵਹਿ। ਮਹਾਰਾਜ ਜੀ ਉਹਨਾਂ ਤੇ ਮੇਰਾ ਕੋਈ ਵਸ ਨਾ ਹੁਣ ਚੱਲਦਾ ਤੇ ਨਾ ਹੀ ਅੱਗੇ ਚੱਲੇਗਾ। ਜਿਹੜੇ ਸਿੱਖ ਤੁਹਾਡੇ ਬਚਨ ਕਮਾਉਂਦੇ ਨੇ। ਸਤਿਗੁਰ ਸ਼ਬਦ ਕਮਾਏ ਜਨ, ਮਾਂ ਕਵੀ ਜੀ ਲਿਖਦੇ, ਸਤਿਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰ ਧਾਰ। ਜਿਹੜੇ ਗੁਰੂ ਕੇ ਬਚਨ ਕਮਾਉਣ ਵਾਲੇ ਗੁਰਸਿੱਖ ਮਹਾਂਪੁਰਸ਼ ਮਹਾਤਮਾ ਸੰਤ ਜਨ ਹਨ, ਜਿਹਨਾਂ ਗੁਰੂ ਸ਼ਬਦ ਕਮਾ ਕੇ ਪੰਜਾਂ ਵਿਕਾਰਾਂ ਨੂੰ ਜਿੱਤ ਲਿਆ, ਮੈਂ ਉਹਨਾਂ ਮਹਾਂਪੁਰਸ਼ਾਂ, ਉਹਨਾਂ ਨਾਮ ਰਸੀਏ ਗੁਰਸਿੱਖ ਸੰਤ ਜਨਾਂ ਦੇ ਚਰਨਾਂ ਵਿੱਚ ਸਿਰ ਧਰ ਕੇ ਮੱਥਾ ਟੇਕਦਾ, ਨਮਸਕਾਰ ਕਰਦਾ ਹਾਂ। ਕਲਯੁਗ ਕਹਿੰਦਾ ਉਹਨਾਂ ਤੇ ਮੇਰਾ ਕੋਈ ਪ੍ਰਭਾਵ ਨਹੀਂ, ਜਿਹੜੇ ਸਿੱਖ ਤੁਹਾਡੇ ਬਚਨਾਂ ਨੂੰ ਕਮਾਉਂਦੇ ਹਨ। ਭੇਟ ਦੇ ਬਰ ਗੁਰ ਤੇਲੇ ਕਰ, ਜਿਹੜੇ ਸਤਿਗੁਰੂ ਜੀ ਕੋਲੋਂ ਵਰ ਲੈ ਕੇ ਭੇਟਾ ਦਿੰਦੇ ਹਨ। ਵਿਦਾ ਭਇਓ ਚਰਨਨ ਪਰ ਸਿਰ ਧਰ। ਕਲਯੁਗ ਮਹਾਰਾਜ ਜੀ ਦੇ ਚਰਨਾਂ ਤੋਂ ਵਿਦਾ ਹੋਇਆ ਨਮਸਕਾਰ ਕਰਕੇ। ਪੜ੍ਹੈ ਸੁਣਹਿ ਸ਼ਰਦਾ ਉਰ ਥਾਪੈ। ਕਹਿੰਦੇ ਜਿਹੜੇ ਗੁਰਸਿੱਖ, ਹੁਣ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਆ, ਜਿਹੜੇ ਗੁਰਸਿੱਖ ਆ ਪ੍ਰਸੰਗ ਕਲਯੁਗ ਤੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਦਾ, ਇਹ ਕਲਯੁਗ ਤੇ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੈ। ਇਸ ਪ੍ਰਸੰਗ ਨੂੰ ਜਿਹੜੇ ਗੁਰਸਿੱਖ ਪਿਆਰ ਨਾਲ ਪੜ੍ਹਨਗੇ, ਪਿਆਰ ਸਹਿਤ ਸੁਣਨਗੇ, ਔਰ ਇਹਨੂੰ ਆਪਣੇ ਹਿਰਦੇ 'ਚ ਵਸਾਉਣਗੇ, ਤਿਨ ਪਰ ਕਲਯੁਗ ਨਹੀਂ ਵਿਆਪੈ। ਕਹਿੰਦੇ ਉਹਨਾਂ ਤੇ ਕਲਯੁਗ ਦਾ ਕੋਈ ਅਸਰ ਨਹੀਂ ਹੋਵੇਗਾ, ਉਹਨਾਂ ਨੂੰ ਕਲਯੁਗ ਨਹੀਂ ਵਿਆਪੇਗਾ। ਜਿਹੜੇ ਇਸ ਪ੍ਰਸੰਗ ਨੂੰ, ਆ ਕਥਾ ਜਿਹੜੀ ਆਪ ਜੀ ਨੇ ਪਿਛਲੇ ਤਕਰੀਬਨ 3-4 ਦਿਨਾਂ ਤੋਂ, 3 ਦਿਨਾਂ ਤੋਂ ਸਰਵਣ ਕਰ ਰਹੇ ਹੋ, ਇਸ ਪ੍ਰਸੰਗ ਨੂੰ ਜਿਹੜਾ ਕਵੇਗਾ, ਸੁਣੇਗਾ, ਹਿਰਦੇ 'ਚ ਵਸਾਵੇਗਾ, ਕਲਯੁਗ ਉਹਨਾਂ ਨੂੰ ਨਹੀਂ ਵਿਆਪੇਗਾ, ਕਲਯੁਗ ਉਹਨਾਂ ਤੇ ਪ੍ਰਭਾਵ ਨਹੀਂ ਪਾਵੇਗਾ। ਗਮਲੇ ਸ਼੍ਰੀ ਗੁਰ ਬਹੁਰ ਅਗਾਰੀ। ਕਿਉਂ? ਕਲਯੁਗ ਨਾਲ ਗੋਸ਼ਟੀ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਥੋਂ ਅੱਗੇ ਨੂੰ ਚੱਲ ਪਏ। ਲੋਕ ਉਧਾਰਨ ਪਰ ਉਪਕਾਰੀ। ਲੋਕਾਂ ਨੂੰ ਉਧਾਰਨੇ ਵਾਲੇ ਸਤਿਗੁਰੂ ਜੀ ਪਰਉਪਕਾਰੀ ਹਨ। ਮੇਰੇ ਸਾਹਿਬ ਆਈ ਪਰਉਪਕਾਰ ਕਰਨ ਨੇ, ਤੇ ਲੋਕਾਂ ਦੇ ਲੋਕ ਉਧਾਰਨ ਅਰਥਾ, ਜੀਵਾਂ ਦੇ ਉਧਾਰਨੇ ਨਿਮਿਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਉਪਕਾਰੀ ਹੋ ਕੇ ਆਏ ਨੇ। ਕਲ ਕੇ ਸਭ ਦੁਖ ਨਿਵਾਰਨ ਕੋ ਭਵ ਤਾਰਨ ਕੋ ਜਗ ਭੀਤਰ ਆਏ, ਜਗ ਜੀਰਨ ਸਾਧਨ ਦੂਰ ਕਰੇ ਦ੍ਰਿੜ ਸਾਧਨ ਰਾਮ ਹੈ ਨਾਮ ਬਤਾਏ। ਜੀਵਾਂ ਦੇ ਪਾਰ ਉਤਾਰਨੇ ਵਾਸਤੇ ਗਰੀਬ ਨਵਾਜ ਪਾਤਸ਼ਾਹ ਸੰਸਾਰ ਵਿੱਚ ਅਵਤਰਤ ਹੋਏ ਹਨ। ਦੋਹਰਾ ਬਾਨੀ ਬਰਦਾਨੀ ਸੁਮਤ ਗੁਣ ਖਾਨੀ ਸੁਖ ਮੂਰ। ਵਾਹਿਗੁਰੂ ਪਰਮੇਸ਼ਰ ਦੀ ਬਾਣੀ, ਅਕਾਲ ਪੁਰਖ ਦੀ ਬਾਣੀ, ਨਿਰੰਕਾਰ ਦੀ ਬਾਣੀ, ਬਾਣੀ ਦਾ ਮੰਗਲ ਕਰਦੇ ਕਹਿੰਦੇ ਆ ਅਕਾਲ ਪੁਰਖ ਜੀ ਆਪ ਜੀ ਦੀ ਬਾਣੀ ਵਰਦਾਨੀ, ਵਰ ਦੇਣ ਵਾਲੀ ਹੈ। ਕੀ ਵਰ? ਸੁਮਤ ਦਾ। ਮਹਾਰਾਜ ਤੁਹਾਡੀ ਬਾਣੀ ਸੁਮਤ ਦੇਣ ਵਾਲੀ ਹੈ। ਗੁਣ ਖਾਨੀ, ਮਹਾਰਾਜ ਜੀ ਤੁਹਾਡੀ ਬਾਣੀ ਗੁਣਾਂ ਦੀ ਖਾਨ ਹੈ। ਸੁਖ ਮੂਲ, ਮਹਾਰਾਜ ਜੀ ਤੁਹਾਡੀ ਬਾਣੀ ਸੁੱਖਾਂ ਦਾ ਮੂਲ ਹੈ। ਤੁਹਾਡੀ ਬਾਣੀ 'ਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਕਲਿਆਣੀ ਰਾਨੀ ਜਗਤ, ਮਹਾਰਾਜ ਜੀ ਤੁਹਾਡੀ ਬਾਣੀ ਕਲਿਆਣ ਕਰਨ ਵਾਲੀ ਹੈ। ਏਦਾਂ ਕਹਿ ਲਈਏ ਇਹ ਅਕਾਲ ਪੁਰਖ ਜੀ ਤੁਹਾਡੀ ਬਾਣੀ ਸਾਰੇ ਜਗਤ ਦੀ ਰਾਣੀ ਹੈ। ਆਪ ਜੀ ਦੀ ਬਾਣੀ
ਸਾਰੇ ਜਗਤ ਦੀ ਰਾਣੀ ਹੈ। ਹਾਂਜੀ, ਮਾਨੀ ਕਵ ਪਗ ਧੂਰ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਜਿਸ ਦੇ ਪੈਰਾਂ ਦੀ ਧੂੜ ਕਵੀਆਂ ਨੇ ਵੀ ਸਨਮਾਨੀ ਹੈ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੀ ਉਹ ਪਾਵਨ ਬਾਣੀ ਮੇਰੇ ਵਾਸਤੇ ਵਰਦਾਨੀ ਹੈ, ਤੇ ਮੈਂ ਇਹ ਸਮਤ ਦਾ ਦਾਨ ਮੰਗਦਾ ਕਿ ਮੈਨੂੰ ਸਮਤ ਦਿਓ ਕਿ ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ, ਮੈਂ ਤੁਹਾਡੀ ਅੰਮ੍ਰਿਤਮਈ ਕਥਾ ਨੂੰ ਕਹਿ ਸਕਾਂ, ਲਿਖ ਸਕਾਂ, ਸੁਣਾ ਸਕਾਂ। ਇਹ ਵਰ, ਇਹ ਸਮਤ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ। ਸ਼੍ਰੀ ਬਾਲਾ ਸੰਧੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ। ਰਸਾਵਲ ਛੰਦ ਚੱਲੇ ਫੇਰ ਆਗੇ, ਪਿਖੇ ਪਾਪ ਭਾਗੈ। ਗੁਰੂ ਨਾਨਕ ਸਾਹਿਬ ਜੀ ਚੱਲ ਪਏ ਇੱਥੋਂ ਅੱਗੇ ਐਸੇ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਭੱਜ ਜਾਂਦੇ ਹਨ। ਪਿਖੇ ਪਾਪ ਭਾਗੈ, ਜਿਨ੍ਹਾਂ ਦੇ ਦਰਸ਼ਨ ਕੀਤੇ ਹੀ ਪਾਪ ਨੱਠ ਜਾਂਦੇ ਹਨ। ਮਹਾਦਾਨ ਦਾਤਾ ਸਭੈ ਲੋਕ ਖਿਆਤਾ। ਜਿਹੜੇ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤੇ ਨੇ, ਸਾਰੇ ਲੋਕਾਂ ਵਿੱਚ ਖਿਆਤਾ ਪ੍ਰਗਟ ਹਨ। ਪਾਤਸ਼ਾਹ ਚੱਲ ਕੇ ਅੱਗੇ ਕੈਸੇ ਦੇਸ਼ ਵਿੱਚ ਆਏ ਨੇ ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ। ਇੱਥੇ ਪਾਤਸ਼ਾਹ ਪਰਮੇਸ਼ਰ ਦੀ ਭਗਤੀ ਪ੍ਰਗਟ ਕਰ ਰਹੇ ਹੈ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ, ਕੱਲ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਅੱਜ ਸਵੇਰੇ ਤਕਰੀਬਨ 11 ਵਜੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਏ ਨੇ। 5 ਵਜੇ ਨਾਲ ਨਗਰ ਕੀਰਤਨ ਗੁੜ ਮੰਡੀ ਵਾਲੇ ਬਾਜ਼ਾਰ ਵਿੱਚ ਸੀ, ਤੋਂ ਤਕਰੀਬਨ 7:30 ਵਜੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ, ਸਮਾਪਤੀ ਦੇ ਸਮੇਂ ਉੱਥੇ ਹਾਜ਼ਰੀਆਂ ਭਰੋ। ਰਾਤ ਨੂੰ ਦੀਵਾਨ ਸਜਣੇ ਆ ਤੇ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਦੀਵਾਨ ਸਜਣਗੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਹਾਜ਼ਰੀਆਂ ਭਰਨਗੇ। ਔਰ ਕੱਲ ਸ਼ਾਮ ਤੋਂ 4 ਵਜੇ ਤੋਂ ਰਾਤ ਦੇ ਤਕਰੀਬਨ 11 ਵਜੇ ਤੱਕ ਫਿਰ ਦੀਵਾਨ ਸਜਣਗੇ। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਤੇ ਸਿੰਘ ਸਹਿਬਾਨ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਵੱਡੇ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਗੁਰੂ ਕੇ ਮਹਿਲਾਂ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਕੱਲ ਮਨਾਏ ਜਾ ਰਹੇ ਨੇ। ਅੱਜ ਉੱਥੇ ਵੀ ਨਗਰ ਕੀਰਤਨ ਆਰੰਭ ਹੋਏ ਹੈ। ਜਿਹੜੀਆਂ ਸੰਗਤਾਂ ਉੱਥੇ ਜਾ ਸਕਦੇ ਆ ਭਾਈ, ਜਿਹੜੇ ਟੀਵੀ ਰਾਹੀਂ ਸੁਣ ਰਹੇ ਨੇ, ਉਹ ਗੁਰੂ ਕੇ ਮਹਿਲਾਂ ਵਿੱਚ ਜਿਹੜੇ ਹਾਜ਼ਰੀਆਂ ਭਰ ਸਕਦੇ ਆ ਉੱਥੇ ਭਰੋ। ਜਿਹੜੇ ਇੱਥੇ ਨੇ ਭਾਈ, ਉਹ 9ਵੇਂ ਪਾਤਸ਼ਾਹ ਦੇ ਸਥਾਨਾਂ ਤੇ ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੇ ਪਰੰਪਰ ਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੈ ਪੀ ਹੋਵਨ ਹਾਰ। ਹੈ ਪੀ ਹੋਵਨ ਹਾਰ।
हे संतह कै सदा संग निधारा आधार हे ठाकुर हूँ दास रो मैं निर्गुण गुण नहीं कोय नानक दीजै नाम दान राखो हिया परो आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर से बंदे गुर पार उतारन हार वाहिगुरु नाम जहाज है चढ़े सो उतरे पार जो शरदा कर से बंदे गुर पार उतारन हार वाहिगुरु जी का खालसा वाहिगुरु जी की फतेह। कौन जोग कौन ज्ञान ध्यान कवन विद उस्तत करिए सिद्ध साधक ते तिसको सिद्ध साधक ते तिसको तिर की मना भरिए आनंद गुण निधान
गुरु गरीब बनवार कबल नैन मधुर बैन कबल नैन मधुर बैन कबल नैन मधुर बैन कोट सैन संग कोट सैन रंग सब कहत माज सोन जे दही पात खाए जियो कबल नैन मधुर बैन कबल नैन मधुर बैन कबल नैन मधुर बैन कोट सैन रंग शोभ कोट सैन रंग शोभ कहत माज सोन जिस दही पात खाए जियो कबल नैन मधुर बैन कबल नैन मधुर बैन देख रूप अत अरूप देख रूप अत अरूप मोह मामक पई मोह मामक पई किंकनी शब्द चमत्कार खेल पाए जी किंकनी शब्द चमत्कार खेल पाए जी कबल नैन मधुर बैन कबल नैन मधुर बैन कोट सैन संग शोभ कोट सैन संग शोभ कहत माज सोद जिस दही पात खाए जी कबल नैन मधुर बैन कबल नैन मधुर बैन कब काल कलम हुक्म हाथ घर कलम काहू कौन मेट सके काहू कौन मेट सके इस बम ज्ञान ध्यान करते ये चार जी इस बम ज्ञान ध्यान करते ही चाहे कबल नैन मधुर बैन कबल नैन मधुर बैन कोट सैन संग शोभ कोट सैन संग शोभ कहत माज सोग जिस दही पात खाए जी कबल मधुर बैन कबल नैन मधुर बैन कबल सत श्रीनिवास सत सत श्रीनिवास सत श्रीनिवास 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 सत साच श्रीनिवास निवास श्रीनिवास सत साच सत सत आदि पुरख सदा तू ही सदा तू ही सदा तू सत श्रीनिवास सत सच श्रीनिवास आदि पुरख सदा तू ही आदि पुरख सदा तू ही वाहे गुरु वाहे गुरु वाहे गुरु वाहे जी वाहे गुरु वाहे गुरु वाहे गुरु वाहे जी कबल नैन मधुर बैन कबल नैन मधुर बैन कोट सैन संग शोभ कोट सैन संग शोभ कहत माज सोद जिस देगी पात काहे जियो कहत माज सोद जिस देगी पात काहे जियो कबल नैन मधुर बैन कबल नैन मधुर बैन कोट सैन संग शोभ कोट सैन संग शोभ कहत माज सोद जिस देगी पात काहे जियो कबल नैन मधुर
कोट सैन संग सोभ कहत माज सौंद जिसे देखी पात खागे जी। ਨਿਥਰਿਆਂ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਂ ਨਿਥਾਵਿਆਂ ਤੂੰ ਥਾਂ ਨਿਥਰਿਆਂ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਂ ਨਿਥਾਵਿਆਂ ਤੂੰ ਥਾਂ ਨਿਥਾਵਿਆਂ ਤੂੰ ਥਾਂ ਨਿਥਾਵਿਆਂ ਤੂੰ ਥਾਂ ਜਹ ਜਾਉ ਤਹਾਂ ਤੂੰ ਸੰਗੇ ਜਹ ਜਾਉ ਤਾ ਤੂੰ ਸੰਗੇ ਫਿਰ ਕੀਰਤ ਕਰਨ ਕਮਾਉ ਧਰਿਆਂ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਂ ਨਿਥਰਿਆਂ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਂ ਨਿਥਰਿਆਂ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਂ ਦਹਿ ਦਿਸ ਜਾਉ ਤਾਂ ਤੂੰ ਸੰਗੇ ਫਿਰ ਕੀਰਤ ਕਰਮ ਕਮਾਉ ਦਹਿ ਦਿਸ ਜਾਉ